देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया थैंक यू, शुक्रिया जी। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਅਣਸੁਖਾਵੇਂ ਹੋ ਗਏ। ਦੋਨਾਂ ਦੇਸ਼ਾਂ ਵੱਲੋਂ ਐਡਵਾਈਜ਼ਰੀ ਜਾਰੀ ਹੋਈ ਆ ਔਰ ਇੰਟਰਨੈਸ਼ਨਲ ਪੱਧਰ ਤੇ ਇਹਦੇ ਤੇ ਗੱਲ ਹੋ ਰਹੀ ਆ। ਆਪਾਂ ਉਹ ਸਾਰੇ ਮਾਮਲੇ ਦੇਖਦੇ ਆ ਤੇ ਦੂਜਾ ਮਾਮਲਾ ਲਵਾਂਗੇ, ਇਹਦਾ ਇਸ ਖਿੱਤੇ ਦੀ ਰਾਜਨੀਤੀ ਉੱਤੇ ਕੀ ਅਸਰ ਹੈ। ਜਿਹੜੀ ਚੁਣਾਵੀ ਰਣਨੀਤੀ ਤੇ ਰਾਜਨੀਤੀ ਆ ਉਹ ਕਿਵੇਂ ਅਸਰਅੰਦਾਜ਼ ਹੋਊਗੀ ਜਾਂ ਹੋ ਰਹੀ ਆ, ਇਹ ਵੀ ਕਾਫੀ ਅਹਿਮ ਆ। ਨੈਸ਼ਨਲ ਪੋਲਿਟਿਕਸ ਔਰ ਸਟੇਟ ਦੀ ਪੋਲਿਟਿਕਸ ਇਹ ਕਿਵੇਂ ਬਰਮੇਚਣਗੀਆਂ, ਇਹ ਕਿਵੇਂ ਅੱਗੇ ਵਧਣਗੀਆਂ, ਇਹ ਸਵਾਲ ਪੁੱਛਿਆ ਜਾ ਰਿਹਾ। ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਮੰਥਨ ਹੋ ਰਿਹਾ, ਇੱਕ ਵਾਰੀ ਫਿਰ ਤੋਂ ਰੀਡਿਫਾਈਨ ਕੀਤਾ ਜਾ ਰਿਹਾ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਜਾਣਗੇ ਕਿ ਨਹੀਂ ਜਾਣਗੇ, ਇਹਨੂੰ ਵੀ ਮੁੜ ਕੇ ਪ੍ਰਭਾਸ਼ਿਤ ਹੁੰਦੇ ਆਪਾਂ ਦੇਖ ਰਹੇ ਹਾਂ। ਇਹ ਮਾਮਲੇ ਵੀ ਅਹਿਮ ਨੇ, ਇਹਨਾਂ ਘਟਨਾਵਾਂ ਨੇ ਬੜਾ ਭਾਰੀ ਅਸਰ ਪਾਇਆ ਇਹਨਾਂ ਚੀਜ਼ਾਂ ਦੇ ਉੱਤੇ। ਸੋ ਪੋਲੀਟੀਕਲ ਬੰਦਿਆਂ ਨਾਲ ਗੱਲ ਕੀਤਿਆਂ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੁੰਦੀਆਂ। ਤੇ ਤੀਜਾ ਮਾਮਲਾ, ਸੱਜਣ ਕੁਮਾਰ ਇੱਕ ਮਾਮਲੇ 'ਚ ਬਰੀ ਹੋ ਗਿਆ। ਆਖਰ ਕੁਤਾਈਆਂ ਕਿੱਥੇ ਨੇ ਇੰਨੀ ਦੇਰ ਬਾਅਦ? ਜੇਕਰ ਇਨਸਾਫ ਦੇ ਨਾਂ ਤੇ ਇਹੋ ਕੁਝ ਆ ਤਾਂ ਲੋਕਾਂ ਦੇ ਇੱਕ ਵਾਰੀ ਫਿਰ ਮਨ ਬੇਬਲ ਹੁੰਦੇ ਆ, ਇੱਕ ਵਾਰੀ ਫਿਰ ਹਿਰਦੇ ਬਲੂੰਦਰੇ ਜਾਂਦੇ ਆ। ਸੋ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਇੱਕ ਵਾਰੀ ਸਾਂਝ ਪਵਾ ਦਿਓ ਸਿਚੁਏਸ਼ਨ ਨਾਲ, ਕਿਉਂਕਿ ਤੁਸੀਂ ਇੰਟਰਨੈਸ਼ਨਲ ਪੱਧਰ ਤੇ ਜੋ ਵਾਪਰ ਰਿਹਾ, ਜੋ ਵੱਡੀਆਂ ਅਖਬਾਰਾਂ ਜਾਂ ਵੱਡੇ ਸਿਆਸੀ ਲੋਕ ਵੱਖ-ਵੱਖ ਪੱਧਰਾਂ ਦੇ ਉੱਤੇ ਗੱਲ ਕਰ ਰਹੇ ਆ, ਉਹਦੇ ਮਾਇਨੇ ਸਾਡੇ ਲਈ ਬੜੇ ਅਹਿਮ ਨੇ। ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਮਹਿਜ ਕੂਟਨੀਤਿਕ ਨਹੀਂ ਨੇ, ਵਪਾਰ ਦੇ ਨਹੀਂ ਨੇ, ਇਹ ਸਾਡੀ ਰੂਹ ਦੇ ਵੀ ਰਿਸ਼ਤੇ ਨੇ, ਕਿਉਂਕਿ ਅੱਧੇ ਪਰਿਵਾਰ ਉੱਧਰ ਬੈਠੇ ਆ ਤੇ ਅੱਧੇ ਪਰਿਵਾਰ ਇੱਧਰ ਬੈਠੇ ਆ। ਇੱਧਰ ਵਾਲੇ ਉੱਧਰ ਦੀਆਂ ਐਡਵਾਈਜ਼ਰੀਜ਼ ਨਾਲ ਡਰੀ ਜਾਂਦੇ ਆ ਤੇ ਉੱਧਰ ਵਾਲੇ ਇੱਧਰੋਂ ਜਿਹੜੀਆਂ ਐਡਵਾਈਜ਼ਰੀ ਜਾਰੀ ਹੋ ਰਹੀਆਂ ਉਹਨੂੰ ਦੇਖ ਕੇ ਸੁੰਨ ਹੋਈ ਜਾਂਦੇ ਆ ਕਿ ਆਖਰ ਇੰਨੀ ਤਲਖੀ ਕਿਉਂ ਆ ਗਈ। ਚੰਗੇ ਭਲੇ ਰਿਸ਼ਤੇ ਨੇ ਔਰ ਹੋ ਕੀ ਰਿਹਾ। ਸੋ ਅੰਤਰਰਾਸ਼ਟਰੀ ਪੱਧਰ ਤੇ ਕੀ ਗੱਲ ਹੋ ਰਹੀ ਆ, ਉਹਦੇ ਨਾਲ ਜ਼ਰਾ ਇੱਕ ਵਾਰੀ ਸਾਂਝ ਪਵਾ ਦਿਓ ਸਰੋਤਿਆਂ ਨੂੰ। ਦੇਖੋ, ਪੰਜਾਬ ਦਾ ਔਰ ਸਿੱਖਾਂ ਦਾ ਖਾਸ ਕਰਕੇ ਕੈਨੇਡਾ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ, ਕਿਉਂਕਿ ਹੁਣ ਪੰਜਾਬ ਦੀ ਐਕਸਟੈਂਸ਼ਨ ਜਿਹੜੀ ਹੈ ਅਗਲੀ ਉਹ ਕੈਨੇਡਾ ਹੈ ਤੇ ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ। ਤਾਂ ਇੱਕ ਸਟੇਜ ਤੇ ਜਸਟਿਨ ਟਰੂਡੋ ਨੇ ਕਿਹਾ ਸੀਗਾ ਕਿ ਮੇਰੀ ਵਜ਼ਾਰਤ ਦੇ ਵਿੱਚ ਸਿੱਖਾਂ ਦੀ ਗਿਣਤੀ ਮੋਦੀ ਸਾਹਿਬ ਦੀ ਵਜ਼ਾਰਤ ਨਾਲੋਂ ਜ਼ਿਆਦਾ। ਤੇ ਇੱਥੇ ਅਸੀਂ ਖੁਸ਼ ਹੁੰਦੇ ਹਾਂ ਕਿ ਸਾਡੇ ਇੰਨੇ ਪੰਜਾਬੀ ਤੇ ਇੰਨੇ ਸਿੱਖ ਉੱਥੇ ਚੁਣੇ ਗਏ। ਇਹ ਲਿੰਕ ਇੰਨਾ ਸਟਰੋਂਗ ਹੈ। ਹਰ ਤੀਜੇ ਘਰ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਕੈਨੇਡਾ ਸੈਟਲ ਹੋਇਆ ਤੇ ਆਲਮੋਸਟ ਹਰ ਟੱਬਰ ਕੈਨੇਡਾ ਨਾਲ ਜੁੜਿਆ ਹੋਇਆ, ਕਿਸੇ ਦਾ ਕਿ ਰਿਸ਼ਤੇਦਾਰ ਹੈ, ਕੋਈ ਆਪ ਬੱਚੇ ਗਏ ਹੈ। ਇਸ ਕਰਕੇ ਜੋ ਕੁਛ ਘਟਨਾ ਵਾਪਰ ਰਹੀ ਹੈ ਉਹਦਾ ਸਿੱਧਾ ਸੰਬੰਧ ਪਹਿਲਾਂ ਤਾਂ ਪੰਜਾਬ ਨਾਲ। ਇਹ ਇਸ ਢੰਗ ਦੇ ਨਾਲ ਜਿਹੜਾ ਡਿਸਕੋਰਸ ਡਿਵੈਲਪ ਹੋ ਰਿਹਾ ਹੈ, ਇਹ ਪਹਿਲਾਂ ਵੀ ਕਿਸੇ ਹੋਰ ਲੈਵਲ ਤੇ, ਜਿਵੇਂ ਜਦੋਂ ਕ੍ਰਿਸ਼ਕ ਦਾ ਕਾਂਡ ਹੋਇਆ ਸੀਗਾ ਉਦੋਂ ਵੀ ਇਹ ਸਿਚੁਏਸ਼ਨ ਐਸੀ ਇੱਕ ਬੜੀ ਸੀਗੀ। ਕ੍ਰਿਸ਼ਕ ਏਅਰ ਇੰਡੀਆ ਦਾ ਜਹਾਜ਼ ਸੀਗਾ ਜਿਹੜਾ ਹਵਾ ਦੇ ਵਿੱਚ ਜਿਹਦੇ ਬੰਬ ਸੀਗਾ ਤੇ ਉਹ ਉੱਡ ਗਿਆ ਸੀਗਾ। ਜਿਹੜਾ ਨੈਰੇਟਿਵ ਹੈ ਕੈਨੇਡਾ ਨਾਲ ਲਗਾਤਾਰ ਜਾਰੀ ਹੈ। ਹੁਣ ਜਿਹੜੀ ਲੇਟੈਸਟ ਪ੍ਰੋਵੋਕੇਸ਼ਨ ਆਈ ਹੈ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਸਿਰਫ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਗੱਲ ਹੈ। ਇਹਦੇ ਪਿੱਛੇ ਜਿਹੜੀ ਸਿਆਸਤ ਹੈ ਉਹ ਮੈਨੂੰ ਡੂੰਘੀ ਲੱਗਦੀ ਹੈ। ਜਿਹੜੀ ਜੀਓ ਪੋਲੀਟਿਕਸ ਡਿਵੈਲਪਮੈਂਟ ਸਾਰੀਆਂ ਚੱਲ ਰਹੀਆਂ ਕਈ ਲੈਵਲ ਤੇ, ਉਹ ਮੈਨੂੰ ਲੱਗਦਾ ਸਾਰੇ ਹੀ ਇਨਵਾਲਵ ਉਹਦਾ ਕਾਰਨ ਹੈ। ਇੱਕ ਤਾਂ ਵੈਸਟਰਨ ਮੀਡੀਆ ਜਿਸ ਢੰਗ ਦੇ ਨਾਲ ਇਸ ਡਿਵੈਲਪਮੈਂਟ ਨੂੰ ਕਵਰ ਕਰ ਰਿਹਾ ਬਹੁਤ ਐਕਸਟੈਂਸਿਵਲੀ, ਇੱਕ ਇੱਕ ਸਟੋਰੀ ਨਹੀਂ ਕਰ ਰਹੇ, ਉਹ ਲਗਾਤਾਰ ਕਰ ਰਹੇ ਆ ਇਨ ਡੈਪਥ ਜਾ ਜੀ। ਮੈਂ ਦੋ ਚੈਨਲ ਖਾਸ ਕਰਕੇ ਪੇਪਰ ਤੱਕ ਮੈਂ ਦੇਖ ਰਿਹਾ ਆਲਮੋਸਟ ਜਿੰਨੇ ਦੇਖੇ ਜਾ ਸਕਦੇ ਹੈ। ਤੇ ਚੈਨਲ ਵੀ ਜਿਹੜੀਆਂ ਮੇਨ ਚੈਨਲ ਹੈ ਜਿਵੇਂ CNN, BBC ਔਰ ਅਲ ਜਜ਼ੀਰਾ, ਸਾਰੇ ਪੂਰਾ ਇਹਦੇ ਫੋਕਸ ਕਰ ਰਹੇ ਆ। ਇਹਦਾ ਮਤਲਬ ਇਹ ਹੈ ਕਿ ਇਹ ਸਿਰਫ ਮਸਲਾ ਇੱਕ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਨਹੀਂ ਹੈ, ਇਹਦੇ ਪਿੱਛੇ ਹੋਰ ਬਹੁਤ ਕੁਛ ਇਨਵਾਲਵ ਹੈ। ਇੱਕ ਐਗਜ਼ਾਮਪਲ ਮੈਂ ਦਿੰਦਾ ਇਹਦੇ ਨਾਲ। ਦੀ ਗਾਰਡੀਅਨ ਦੇ ਵਿੱਚ ਜਿਹੜੀ ਅੱਜ ਸਟੋਰੀ ਛਪੀ ਹੋਈ ਹੈ ਉਹਦੇ ਵਿੱਚ ਇੱਕ ਕੋਟ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ USA ਦੇ ਅਫੀਸ਼ੀਅਲਸ ਦੇ ਸਪੋਕਸਮੈਨ ਨੂੰ ਸੋਰਸ ਨੂੰ ਕੰਟੈਕਟ ਕੀਤਾ ਗਿਆ ਤੇ ਉਹਨੇ ਕਨਫਰਮ ਕੀਤਾ ਕਿ ਜਸਟਿਨ ਟਰੂਡੋ ਨੇ ਜਿਹੜਾ ਬਿਆਨ ਦਿੱਤਾ ਹੈ ਪਾਰਲੀਮੈਂਟ ਦੇ ਵਿੱਚ,
ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਦੀ ਗੱਲ ਕੀਤੀ ਉਹਨਾਂ ਨੇ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਇੰਡੀਅਨ ਏਜੰਸੀ ਦਾ ਹੱਥ ਹੈ। ਉਹ ਕਹਿੰਦੇ ਵੀ ਸਾਡੇ ਨਾਲ ਉਹਨੇ ਪਹਿਲਾਂ ਗੱਲ ਕੀਤੀ ਹੈ। ਫਾਈਵ ਆਈਜ਼ ਜਿਹੜੀ ਇੰਟੈਲੀਜੈਂਸ ਅਲਾਇੰਸ ਹੈ ਉਹ ਇੱਕ ਪਾਸੇ ਕਰਕੇ ਮੈਂ ਗੱਲ ਕਰ ਰਿਹਾ, ਉਹ ਅਲੱਗ ਹੈ। ਲੇਕਿਨ ਇਹ ਰਿਕਾਰਡ ਤੇ ਕੋਟ ਹੋਣਾ, ਰਾਈਟਰਸ ਨੇ ਅਪਰੋਚ ਕੀਤਾ ਤੇ ਰਾਈਟਰ ਨਿਊਜ਼ ਏਜੰਸੀ ਹੈ, ਉਹਨਾਂ ਨੇ ਅਪਰੋਚ ਕੀਤਾ ਉਹਨਾਂ ਦੇ ਅਫੀਸ਼ੀਅਲ ਨੂੰ ਤੇ ਉਹ ਰਿਕਾਰਡ ਤੇ ਕਿਹਾ ਉਹਨੇ ਵਿਦਆਊਟ ਨੇਮਿੰਗ ਉਹਨੂੰ ਨਾਮ ਹੈ ਬਿਨਾਂ। ਸੋ ਇੱਥੋਂ ਗੱਲ ਬੜੀ ਕਲੀਅਰ ਹੈ ਕਿ ਜੇ ਕੈਨੇਡਾ ਨੇ ਪਹਿਲਾਂ ਅਮਰੀਕਾ ਦੇ ਨਾਲ ਸਲਾਹ ਕਰਕੇ ਸਾਰੀ ਗੱਲ ਕੀਤੀ ਹੈ ਕਿ ਇਹਦੇ ਪਿੱਛੇ ਜਿਹੜੀ ਸਿਆਸਤ ਹੈ ਉਹ ਸਿਰਫ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਨਹੀਂ ਹੈ, ਉਹਦੇ ਪਿੱਛੇ ਹੋਰ ਵੀ ਬਹੁਤ ਕੁਛ ਹੈ। ਹੁਣ ਗੱਲ ਅੱਗੇ ਵੱਧ ਗਈ, ਅੱਜ ਦੋਵਾਂ ਮੁਲਕਾਂ ਨੇ ਐਡਵਾਈਜ਼ਰੀ ਇਸ਼ੂ ਕਰਤੀ ਇੱਕ ਦੂਜੇ ਦੇ ਖਿਲਾਫ ਜਿਨ੍ਹਾਂ ਨੇ ਆਉਣਾ ਜਾਣਾ ਹੈ। ਹੁਣ ਐਡਵਾਈਜ਼ਰੀ ਤਾਂ ਬੜੀ ਕਮਾਲ ਦੀ ਗੱਲ ਹੈ ਨਾ, ਪੰਜਾਬ ਤਾਂ ਅੱਧਾ ਉੱਥੇ ਬੈਠਾ ਹੈ ਜੀ, ਉਹੀ ਇਹ ਜਹਾਜ਼ ਭਰ ਕੇ ਸਾਡੇ ਆਉਂਦੇ ਜਾਂਦੇ ਆ ਪੰਜਾਬੀਆਂ ਦੇ। ਹੁਣ ਉੱਥੇ ਜਦੋਂ ਐਡਵਾਈਜ਼ਰੀ ਇਸ਼ੂ ਹੋ ਰਹੀ ਹੈ ਉਹਦਾ ਇੰਪ੍ਰੈਸ਼ਨ ਕੀ ਪੈਂਦਾ? ਪੰਜਾਬ ਤੋਂ ਬਾਹਰ ਗੱਲ ਹੋਰ ਹੈ, ਜਿਹੜੀ ਕੈਨੇਡਾ ਨੇ ਐਡਵਾਈਜ਼ਰੀ ਇਸ਼ੂ ਕੀਤੀ ਹੈ ਉਹ ਜਨਰਲ ਦੇ ਨਾਲ ਨਾਲ ਜਿਹੜੀ ਸਪੈਸੀਫਿਕ ਹੈ ਉਹਨਾਂ ਨੇ ਅਸਾਮ ਤੇ ਮਨੀਪੁਰ ਕੋਟ ਕੀਤਾ ਹੈ, ਨਾਲ ਟੈਰਰਿਜ਼ਮ ਕੋਟ ਕੀਤਾ ਜੀ। ਸਾਡੇ ਜਿਹੜੀ ਐਡਵਾਈਜ਼ਰੀ ਇਸ਼ੂ ਹੋਈ ਹੈ ਇਹਨਾਂ ਨੇ ਬਿਮਾਰੀਆਂ ਦੀ ਕੁਛ ਵੀ ਗੱਲ ਕੀਤੀ ਹੈ। ਸੋ ਇਹ ਜਿਸ ਮੁਲਕ ਦੇ ਨਾਲ ਤੁਹਾਡਾ ਇੰਨਾ ਰੋਜ਼ ਦਾ ਟਰੈਵਲਿੰਗ ਲੋਕ ਆ ਜਾ ਰਹੇ ਹੋਣ, ਜਦੋਂ ਉਹਦੇ ਨਾਲ ਤੁਹਾਡੇ ਐਡਵਾਈਜ਼ਰੀ ਦੋਵੇਂ ਪਾਸੋਂ ਇਸ਼ੂਜ਼ ਹੁੰਦੀਆਂ, ਇਹ ਸਾਰੇ ਸਿਚੁਏਸ਼ਨ ਨੂੰ ਨਵੇਂ ਹੋਰ ਲੈਵਲ ਤੇ ਲੈ ਜਾਂਦੀਆਂ। ਸੋ ਇਹ ਤਾਂ ਮੈਂ ਕਹਿ ਰਿਹਾ ਕਿ ਇਹ ਗੱਲ ਹਰਦੀਪ ਸਿੰਘ ਨਿੱਜਰ ਦੀ ਸਿਰਫ ਨਹੀਂ ਹੈ, ਇਹਦੇ ਪਿੱਛੇ ਹੋਰ ਯੂਕਰੇਨ ਵੀ ਹੋ ਸਕਦਾ ਹੈ। ਇੱਕ ਐਂਗਲ ਹੋਰ ਇੱਕ ਨਵਾਂ ਆ ਰਿਹਾ ਕਿ ਹਿੰਦੁਸਤਾਨ ਇੰਡੀਆ ਜਾਂ ਸਾਰੀ ਭਾਰਤ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਰੂਪੀ ਟ੍ਰੇਡ ਹੈ ਉਹ ਵੱਧ ਤੋਂ ਵੱਧ ਮੁਲਕਾਂ ਨਾਲ ਕੀਤਾ ਜਾਵੇ। 22 ਮੁਲਕ ਹੁਣ ਤੱਕ ਉਸ ਲਿਸਟ ਦੇ ਵਿੱਚ ਇਹਨਾਂ ਦੇ ਆਏ ਹੈ ਜਿਹਨਾਂ ਨਾਲ ਰੂਪੀ ਟ੍ਰੇਡ ਹੈ। ਉਹ ਡਾਲਰ ਦੀ ਥਾਂ ਤੇ ਡਾਲਰ ਇੰਟਰਨੈਸ਼ਨਲ ਕਰੰਸੀ ਮੰਨੀ ਜਾਂਦੀ ਹੈ। ਚੀਨ ਆਪਣੀ ਕਰੰਸੀ ਦੇ ਵਿੱਚ ਕਰਦਾ ਟ੍ਰੇਡ ਕੁਝ ਮੁਲਕਾਂ ਨਾਲ, ਜਨਰਲ ਟ੍ਰੇਡ ਡਾਲਰ ਦੇ ਵਿੱਚ ਹੈ। ਹੁਣ ਜਦੋਂ ਰੂਪੀ ਟ੍ਰੇਡ ਆਏਗਾ ਇਹਦਾ ਅਸਰ ਸਿੱਧਾ ਡਾਲਰ ਤੇ ਹੋਏਗਾ ਤੇ ਡਾਲਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀਕ ਹੋਏਗਾ, ਕਿਉਂਕਿ ਇੰਡੀਆ ਮਾਰਕੀਟ ਬਹੁਤ ਵੱਡੀ ਹੈ। ਟ੍ਰੇਡ ਵਾਲੀਅਮ ਭਾਵੇਂ ਘੱਟ ਹੈ ਜੇ, ਲੇਕਿਨ ਮਾਰਕੀਟ ਸਭ ਤੋਂ ਵੱਡੀ ਹੈ। ਇਹਦੀ ਲਾਗਰਨ ਮਤਲਬ ਜੇ ਇਹ ਐਕਸਪੈਂਡ ਕਰਦੇ ਹੋ ਰੂਪੀ ਟ੍ਰੇਡ ਨੂੰ, ਇਹਦਾ ਸਿੱਧਾ ਅਸਰ ਅਮਰੀਕਨ ਡਾਲਰ ਤੇ ਪੈਂਦਾ। ਸੋ ਇਹ ਬਹੁਤ ਕੁਛ ਇੰਟਰਲਿੰਕਡ ਆ ਸਾਰੀ ਗਲਤੀਆਂ। ਸੋ ਇਹਨਾਂ ਸਿੰਪਲ ਜਿਹਾ ਕੰਮ ਨਹੀਂ ਹੈ। ਤੇ ਮੈਂ ਨਾਲ ਅੱਜ ਗੱਲ ਕਰੂੰਗਾ ਜਥੇਦਾਰ ਅਕਾਲ ਤਖਤ ਹੋਰਾਂ ਨੇ ਰਿਐਕਟ ਕੀਤਾ ਇਹਦੇ ਤੇ। ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਵਾਲਿਆਂ ਨੂੰ, ਸਿੱਖਾਂ ਨੂੰ ਖਾਸ ਕਰਕੇ ਯਾਦ ਆ ਗਿਆ ਕਿ ਸਾਡੇ ਨਾਲ ਬ੍ਰਿਟਿਸ਼ਾਰ ਵੇਲੇ ਕੀ ਹੋਇਆ ਸੀਗਾ, ਨਵੰਬਰ ਦੇ ਵਿੱਚ ਕੀ ਹੋਇਆ, ਸਾਡੇ ਹਿਰਦੇ ਬਰੁੰਦਰੇ ਗਏ। ਜੋ ਕੁਛ ਯਾਨੀ ਕਿ ਜੋ ਕੁਛ ਗੌਰਮੈਂਟ ਆਫ ਇੰਡੀਆ ਦੇ ਤੇ ਐਲੀਗੇਸ਼ਨ ਲੱਗੀ ਹੈ, ਜੇ ਇਹਨਾਂ ਨੇ ਵਾਕਈ ਨਿੱਜਰ ਹੋਰਾਂ ਦਾ ਕਤਲ ਕੀਤਾ ਹੈ ਬਿਨਾਂ ਨਾਂ ਲਏ, ਉਹਨਾਂ ਨੇ ਗੱਲ ਕੀਤੀ ਹੈ ਤੇ ਇਹ ਇਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਤੇ ਨਾਲ ਉਹਨਾਂ ਨੇ ਕਿਹਾ ਕਿ ਗੌਰਮੈਂਟ ਆਫ ਇੰਡੀਆ ਇਹ ਸਿਚੁਏਸ਼ਨ ਕਲੀਅਰ ਕਰੇ। ਕੱਲ ਤੋਂ ਲੈ ਕੇ ਹੁਣ ਤੱਕ ਪੋਲੀਟੀਕਲ ਲੈਵਲ ਤੇ ਗੌਰਮੈਂਟ ਆਫ ਇੰਡੀਆ ਦਾ ਕੋਈ ਰਿਐਕਸ਼ਨ ਨਹੀਂ ਆਇਆ। ਮੈਂ ਜਥੇਦਾਰ ਹੋਰਾਂ ਦੇ ਕੰਟੈਕਟ ਗੱਲ ਕਰਨ ਲੱਗੀ, ਐਡੀ ਵੱਡੀ ਡਿਵੈਲਪਮੈਂਟ ਹੋ ਰਹੀ ਹੋਵੇ ਤੇ ਪੋਲੀਟੀਕਲ ਲੈਵਲ ਤੇ ਕੋਈ ਰਿਐਕਸ਼ਨ ਨਾ ਆਵੇ ਔਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੋ, ਦੋਵੇਂ ਹਾਊਸ ਚੱਲ ਰਹੇ। ਵੈਸੇ ਤਾਂ ਬਣਦਾ ਸੀਗਾ ਕਿ ਪ੍ਰਾਈਮ ਮਿਨਿਸਟਰ ਖੁਦ, ਜੇ ਉਹਨਾਂ ਦੇ ਪੀਐਮ ਨੇ ਹਾਊਸ 'ਚ ਗੱਲ ਕੀਤੀ ਹੈ ਤੇ ਇਹਨਾਂ ਦਾ ਪੀਐਮ ਵੀ ਹਾਊਸ ਦੇ ਵਿੱਚ ਸਟੇਟਮੈਂਟ ਦਿੰਦੇ। ਇਹ ਵੀ ਪਤਾ ਲੱਗਿਆ ਕਿ ਕੈਨੇਡਾ ਵਾਲੇ ਹੁਣ ਸਪੈਸ਼ਲ ਸੈਸ਼ਨ ਇਸ ਇਸ਼ੂ ਤੇ ਇੱਕ ਦਿਨ ਦਾ ਬੁਲਾ ਰਹੇ। ਸ਼ਾਇਦ ਉਹਨਾਂ ਦੇ ਸਵੇਰ ਤੱਕ ਚੜ੍ਹਨੀ ਆ, ਜੋ ਸਾਡੀ ਸ਼ਾਮ ਹੋਣੀ ਹੈ ਸ਼ਾਇਦ ਕੱਲ੍ਹ ਹੀ ਹੈ। ਸੋ ਇਹ ਪੋਲੀਟੀਕਲ ਸਟੇਟਮੈਂਟ ਹੁਣ ਤੱਕ ਨਹੀਂ ਆਈ। ਜਿਹੜੀ ਗੱਲ ਜਥੇਦਾਰ ਹੋਰਾਂ ਨੇ ਕੀਤੀ ਹੈ ਕਿ ਸਿਚੁਏਸ਼ਨ ਗੌਰਮੈਂਟ ਕਲੀਅਰ ਕਰੇ, ਗੌਰਮੈਂਟ ਤਾਂ ਕਲੀਅਰ ਕਰ ਚੁੱਕੀ ਹੈ ਕਿ ਸਾਡਾ ਕੋਈ ਰੋਲ ਨਹੀਂ ਹੈ, ਉਹ ਰਿਜੈਕਟ ਕਰਤੀ ਐਲੀਗੇਸ਼ਨ ਸਾਰੀ ਉਹਨਾਂ ਨੇ। ਸੋ ਗੌਰਮੈਂਟ ਦੀ ਸਿਚੁਏਸ਼ਨ ਕਲੀਅਰ ਹੈ, ਲੇਕਿਨ ਪੋਲੀਟੀਕਲ ਲੈਵਲ ਤੇ ਰਿਐਕਸ਼ਨ ਆਉਣਾ ਅਜੇ ਬਾਕੀ ਹੈ। ਸੋ ਜਥੇਦਾਰ ਜੀ ਦੀ ਜਿਹੜੀ ਇਹ ਸਟੇਟਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਵਰਚੁਅਲੀ ਗੋਲ ਮੋੜ ਹੈ। ਜੇ ਮੈਂ ਹੋਰ ਕਹਿੰਦਾ, ਜੇ ਤੁਹਾਡੇ ਹਿਰਦੇ ਬਲੂੰਦਰੇ ਗਏ ਬਲੂ ਸਟਾਰ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ, ਅਕਾਲੀ ਦਲ ਅਕਾਲ ਤਖਤ ਸਾਹਿਬ ਤੇ ਬਣਿਆ ਸੀ ਪਾਰਟੀ। ਇੰਨੀਆਂ ਸਰਕਾਰਾਂ ਬਲੂ ਸਟਾਰ ਤੋਂ ਬਾਅਦ ਰਹੀਆਂ 4 ਅਕਾਲੀ ਸਰਕਾਰਾਂ ਨੇ ਕੀ ਕਦੇ ਕੋਈ ਇਨਕੁਆਇਰੀ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬਲੂ ਸਟਾਰ ਦੇ ਵਿੱਚ ਘੱਟੋ ਘੱਟ ਲੋਕ ਕਿੰਨੇ ਮਾਰੇ ਗਏ?
ਐਲੀਗੇਸ਼ਨ ਜਾਂ ਕੋਈ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਿੱਖ ਸੰਸਥਾਵਾਂ ਜੀ ਦੇ ਮੁਖੀ ਹੈ ਉਹਨਾਂ ਨੂੰ ਜਿਹੜੀਆਂ ਸਿੱਖ ਸੰਸਥਾਵਾਂ ਨਾਲ ਸੰਬੰਧਿਤ ਸਾਰਾ ਨੈਰੇਟਿਵ ਹੈ ਉਹਦੇ ਬੈਕਗ੍ਰਾਉਂਡ ਦੇ ਵਿੱਚ ਵੀ ਜਾਣਾ ਚਾਹੀਦਾ ਹੈ। ਅਕਾਲੀ ਦਲ ਦੀ ਸਰਕਾਰ 97 ਦੇ ਵਿੱਚ ਜਦੋਂ ਬਣਦੀ ਹੈ ਉਹ ਤਾਂ ਕਹਿੰਦੇ ਵੀ ਜੇ ਅਸੀਂ ਪਿੱਛੇ ਮੁੜ ਕੇ ਦੇਖਿਆ ਕੋਈ ਇਨਕੁਆਇਰੀ ਕਰਾਈ ਤੇ ਫਿਰ ਹਿਰਦੇ ਵਿਰੁੱਧਰੇ ਜਾਣਗੇ ਵੀ ਪੁਰਾਣੇ ਜ਼ਖਮ ਖੁੱਲ ਜਾਣਗੇ। ਹਿਰਦੇ ਵਿਰੁੱਧਰੇ ਜਾਣ ਵਾਲੀ ਗੱਲ ਹੀ ਹੈ ਨਾ ਜਿਹੜੀ ਗੱਲ ਜਥੇਦਾਰ ਅਕਾਲ ਤਖਤ ਨੇ ਕੀਤੀ ਹੈ। ਔਰ ਤਾਂ ਤੁਸੀਂ ਇਹ ਕਹਿ ਰਹੇ ਹੋ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 10 ਅਗਸਤ 1997 ਦੀ ਸਟੇਟਮੈਂਟ ਹੈ ਪ੍ਰੈਸ ਕਲੱਬ ਦੇ ਵਿੱਚ ਬੀੜ ਦੀ ਪ੍ਰੈਸ ਦੇ ਵਿੱਚ, ਉਸ ਤੋਂ ਬਾਅਦ ਅਸੈਂਬਲੀ 'ਚ ਉਹਨਾਂ ਨੇ ਗੱਲ ਕੀਤੀ। ਸੋ ਇਹ ਨੈਰੇਟਿਵ ਬਹੁਤ ਸੀਰੀਅਸ ਹੈ। ਜਦੋਂ ਕਹਿੰਦੇ ਅਸੀਂ ਹਿਰਦੇ ਵਿਰੁੱਧਰੇ ਗਏ ਸਾਡੇ ਵੀ ਸਾਡੇ ਨਾਲ ਆਹ ਕੁਛ ਹੋਇਆ ਤੇ ਘੱਟ ਸਾਡੀਆਂ ਸਰਕਾਰਾਂ ਨੇ ਵੀ ਨਹੀਂ ਕੀਤੀ, ਇਹਨੇ ਕਵਰ ਅਪ ਕੀਤਾ ਸਾਰਾ। ਸੋ ਇਹ ਸਿਚੁਏਸ਼ਨ ਸੀਰੀਅਸ ਹੈਗੀ ਹੈ। ਮੈਂ ਜਥੇਦਾਰ ਜੀ ਦੀ ਸਟੇਟਮੈਂਟ ਅਦਰਵਾਈਜ਼ ਵੈਲਕਮ ਕਰਦਾ, ਉਹਨਾਂ ਨੇ ਰਿਐਕਟ ਤੱਕ ਘੱਟੋ ਘੱਟ ਕੀਤਾ ਜੀ। ਇਹ ਵੈਸੇ ਮਹਿਜ ਆਪਾ ਵਿਰੋਧ ਹੀ ਹੈ, ਇਸ ਤੋਂ ਵੱਧ ਕੁਝ ਨਹੀਂ। ਜਿਸ ਤਰ੍ਹਾਂ ਦੀ ਸਟੇਟਮੈਂਟ ਦਾ ਲਬੋ ਲਬਾਬ ਹੈ, ਇਬਾਰਤ ਹੈ। ਖੈਰ ਸਰਦਾਰ ਹਰਮੀਤ ਸਿੰਘ ਜੀ, ਪੂਰੀ ਸਿਚੁਏਸ਼ਨ ਨੂੰ ਜੇਕਰ ਨਿਹਾਰੀਏ ਤਾਂ ਇਸ ਵੇਲੇ ਇਹਨੂੰ ਐਡਰੈਸ ਕਰਨ ਲਈ, ਇਹਨੂੰ ਹੈਂਡਲ ਕਰਨ ਲਈ, ਇਹਨੂੰ ਸੁਖਾਵੇਂ ਮੋੜ ਤੱਕ ਲਿਆਉਣ ਲਈ ਕੋਈ ਯਤਨ ਤਾਂ ਹੋਣੇ ਚਾਹੀਦੇ ਨੇ, ਔਰ ਸਰਕਾਰ ਪੱਧਰ ਤੇ ਹੁੰਦੇ ਆ। ਇਹ ਕੂਟਨੀਤਿਕ ਤੌਰ ਤਰੀਕੇ ਨੇ ਔਰ ਵਿਦੇਸ਼ ਮੰਤਰਾਲੇ ਨੇ ਬਹੁਤੀ ਵਾਰੀ ਦੇਖਣਾ ਹੁੰਦਾ। ਪਹਿਲਾਂ ਵੀ ਜਦੋਂ ਜ਼ਿਕਰ ਹੋ ਰਿਹਾ ਸੀਗਾ ਕਿ ਜਸਟਨ ਟਰੂਡੋ ਆਏ ਸੀਗੇ ਤੇ ਜਿਹੜੇ ਮਾਮਲੇ ਪ੍ਰਧਾਨ ਮੰਤਰੀ ਦੂਜੇ ਪ੍ਰਧਾਨ ਮੰਤਰੀ ਨਾਲ ਉਠਾ ਰਹੇ ਸੀ, ਜੇ ਚੰਗਾ ਹੁੰਦਾ ਕਿ ਉਹ ਵਿਦੇਸ਼ ਮੰਤਰਾਲੇ ਦੇ ਪੱਧਰ ਤੇ ਜਾਂ ਅਧਿਕਾਰੀਆਂ ਦੇ ਪੱਧਰ ਤੇ ਨਜਿੱਠ ਦਿੰਦੇ, ਤਾਂ ਕਿ ਜਿਹੜਾ ਆਖਰੀ ਇੱਕ ਜਿਹੜਾ ਪੜਾਅ ਹੁੰਦਾ ਹੈ, ਆਮ ਤੌਰ ਤੇ ਕਿਹਾ ਜਾਂਦਾ ਵੀ ਜੇ ਪਰਿਵਾਰ ਦੇ ਕੋਈ ਜੀ ਲੜ ਪੈਣ ਦੋ ਤੇ ਮੁਖੀ ਤਾਂ ਬਚਿਆ ਰਹਿਣਾ ਚਾਹੀਦਾ ਜਿਹੜਾ ਠੰਡ ਠੰਡੌਲਾ ਕਰਾਵੇ। ਸੋ ਮੈਨੂੰ ਲੱਗਦਾ ਕਿ ਉੱਥੇ ਵੀ ਇੱਕ ਕੋਈ ਗਲਤੀ ਹੋਈ ਹੈ ਕਿ ਦੋਨਾਂ ਪ੍ਰਧਾਨ ਮੰਤਰੀਆਂ ਦੇ ਪੱਧਰ ਤੇ ਤਲਖੀ ਹੋ ਗਈ ਸ਼ਾਇਦ, ਜਿਹਦਾ ਰੌਲਾ ਪੈਂਦਾ ਰਿਹਾ ਕਿ ਪ੍ਰਧਾਨ ਮੰਤਰੀ ਬੜੇ ਸਖਤ ਸੀਗੇ ਜਸਟਨ ਟਰੂਡੋ ਨਾਲ ਕਿ ਤੁਹਾਡੀ ਧਰਤੀ ਤੇ ਕੀ ਕੁਝ ਹੋ ਰਿਹਾ। ਤੇ ਹੁਣ ਗੁੰਜਾਇਸ਼ ਕਿੰਨੀ ਬਚੀ ਆ ਹੁਣ ਇਹਨਾਂ ਮਾਮਲਿਆਂ ਨੂੰ ਐਡਰੈਸ ਕਰਨ ਲਈ? ਕਿਹੜੀ ਧਿਰ ਹੋਊਗੀ ਜਿਹੜੀ ਦੋਨਾਂ ਦੇ ਵਿੱਚ ਕੁਝ ਵਿਚਲਾ ਰਸਤਾ ਜਾਂ ਕੁਝ ਇਸ ਤਰ੍ਹਾਂ ਦਾ? ਹਾਲਾਂਕਿ ਜਸਟਨ ਟਰੂਡੋ ਨੇ ਜਿਹੜੀ ਅੱਜ ਕੋਈ ਇੱਕ ਸਟੇਟਮੈਂਟ ਮੈਂ ਦੇਖ ਰਿਹਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਸ ਇਸ਼ੂ ਨੂੰ, ਇਸ ਜਾਂਚ ਨੂੰ ਇੰਡੀਆ ਨੂੰ ਸੀਰੀਅਸਲੀ ਲੈਣਾ ਚਾਹੀਦਾ। ਸੋ ਤੁਸੀਂ ਸਾਰੀ ਸਥਿਤੀ ਨੂੰ ਕਿਵੇਂ ਸਮਝ ਰਹੇ ਹੋ ਜੀ? ਅਜੇ ਤਾਂ ਮਾਮਲਾ ਮੈਨੂੰ ਲੱਗਦਾ ਕਿ ਦੇਸ਼ਾਂ 'ਚ ਕੋਈ ਵਿਚੋਲਗੀ ਦੀ ਥਰਡ ਪਰਸਨਾਂ ਦੀ ਬਾਹਲੀ ਲੋੜ ਨਹੀਂ ਪੈਂਦੀ। ਦੇਸ਼ ਆਪਣੇ ਆਪ ਮੈਨੇਜ ਕਰਦੇ ਨੇ, ਆਪਣੇ ਆਪ ਇੱਕ ਸਿਸਟਮ ਬਣਿਆ ਹੁੰਦਾ। ਜੇਕਰ ਬੈਕਡੋਰ ਨੈਗੋਸ਼ੀਏਸ਼ਨ 'ਚ ਵੀ ਹਮੇਸ਼ਾ ਜਾਰੀ ਰਹਿੰਦੀਆਂ ਨੇ ਤੇ ਉਸ ਤੋਂ ਬਾਅਦ ਚੱਲ ਕੇ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਿਆ ਜਾਂਦਾ। ਪਰ ਅਜੇ ਮਾਮਲਾ ਅੱਗੇ ਵੱਧ ਰਿਹਾ। ਅਜੇ ਮਾਮਲਾ ਮਤਲਬ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ, ਇੱਕ ਐਲੀਗੇਸ਼ਨ ਲਾਉਂਦੀ ਹੈ ਤੇ ਦੂਜੀ ਉਹਨੂੰ ਕਾਊਂਟਰ ਐਲੀਗੇਸ਼ਨ ਲਾਉਂਦੀ ਹੈ। ਇੱਕ ਡਿਪਲੋਮੈਟ ਨੂੰ ਤੁਹਾਡੇ ਨੂੰ ਸਸਪੈਂਡ ਕਰਕੇ ਭੇਜਦੀ ਹੈ ਤੇ ਤੁਸੀਂ ਉਹਨੂੰ ਕਰਕੇ ਭੇਜਦੇ ਹੋ, ਤਾਂ ਫਿਰ ਅਗਲੇ ਬਿਆਨ ਆਏ ਨੇ ਦੋਨਾਂ ਦੇ, ਉਦੋਂ ਅਗਲੇ ਵਧਵੇਂ ਜਿਹੜੇ ਨੇ। ਇੱਕ ਤਾਂ ਜਿਹੜਾ ਅਮਰੀਕਾ ਦੇ ਜਿਹੜਾ ਅਫੀਸ਼ੀਅਲ ਬਿਆਨ ਆਇਆ ਕਿ ਅਸੀਂ ਕੈਨੇਡਾ ਦੇ ਰੈਗੂਲਰ ਟੱਚ ਦੇ ਵਿੱਚ ਆ ਔਰ ਇਹ ਜਾਂਚ ਜਿਹੜੀ ਹੈ ਜਲਦੀ ਮੁਕੰਮਲ ਹੋ ਕੇ ਸੱਚਾਈ ਸਾਹਮਣੇ ਆਉਣ ਦੀ ਜਿਹੜੀ ਗੱਲ ਹੈ। ਇਟ ਮੀਨ ਜੋ ਜਿਹੜੇ ਆਪਣੇ ਲੈਵਲ ਤੇ ਜਾਂਚ ਜਿਸ ਲੈਵਲ ਤੇ ਜਦੋਂ ਦੂਜੇ ਦੇਸ਼ ਬੋਲਣ ਲੱਗ ਗਏ ਸਾਰੇ ਨਾ ਜਿਹੜੇ ਇਹਦੇ ਤੇ ਖੜੇ ਨੇ ਇਸ ਗੱਲ ਦੇ ਉੱਤੇ, ਤੇ ਜਸਟਨ ਟਰੂਡੋ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਹਾਲਾਂਕਿ ਇਹ ਤਾਂ ਕਿਹਾ ਕਿ ਸਾਡਾ ਮੇਰਾ ਮਕਸਦ ਜਾਂ ਪ੍ਰਵੋਕ ਕਰਨਾ ਜਾਂ ਇਹਨੂੰ ਐਸਕੇਲੇਟ ਕਰਨਾ ਜਾਂ ਵਿਸਤਾਰ ਦੇਣਾ ਇਹਨੂੰ ਹੋਰ ਨਹੀਂ ਸੀ, ਪਰ ਭਾਰਤ ਨੂੰ ਇਸ ਮਾਮਲੇ 'ਚ ਜਿਹੜਾ ਨਿੱਜਰ ਦਾ ਕਤਲ ਹੈ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ, ਜਿਹੜਾ ਨਹੀਂ ਲਿਆ ਜਾ ਰਿਹਾ। ਔਰ ਇਹ ਅਗਲੇ ਵੱਡੇ ਸੀਰੀਅਸ ਇਸ਼ੂ ਨੇ ਕਿਉਂਕਿ ਕੈਨੇਡਾ ਗਵਰਨਮੈਂਟ ਜਿਹੜੀ ਹੈ ਉਹ ਡੈਮੋਕ੍ਰੈਟਿਕ ਵੈਲਿਊ ਸਿਸਟਮ ਤੋਂ ਪਿੱਛੇ ਨਹੀਂ ਹਟ ਸਕਦੀ, ਜਾਂ ਹਿਊਮਨ ਰਾਈਟਸ ਦੇ ਮਾਮਲੇ ਤੋਂ ਜਾਂ ਸੋਵਰਨਟੀ ਦੇ ਮਾਮਲੇ ਤੋਂ ਪਿੱਛੇ ਨਹੀਂ ਹਟ ਸਕਦੀ। ਇਹ ਸਾਡੀ ਫਾਊਂਡੇਸ਼ਨ ਹੈ ਤੇ ਇਸ ਕਰਕੇ ਇਹ ਕਰੋ। ਨਾਲ ਦੀ ਨਾਲ ਇੱਕ ਐਡਵਾਈਜ਼ਰੀ ਜਿਹੜੀ ਇਸ਼ੂ ਹੁੰਦੀ ਆ ਉਹਨਾਂ ਦੇ ਵੱਲੋਂ, ਜਿਹਦੇ 'ਚ ਉਹਨਾਂ ਨੇ ਕਿਹਾ ਲਦਾਖ ਨੂੰ ਐਕਸੈਪਟ ਕਰਕੇ, ਜਿਹਦੇ 'ਚ ਇੱਕ ਗੱਲ ਲਿਖੀ ਜਾਂਦੀ ਹੈ ਮਤਲਬ ਉਸ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹਨੂੰ ਮਤਲਬ ਹਾਈ ਰਿਸਕ ਖੇਤਰ ਦੇ ਵਿੱਚ ਲਿਆ ਜਾਂਦਾ ਹੈ। ਉਹ ਕਹਿੰਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜਾ ਯੂਟੀ ਹੈ JNK, ਉੱਥੇ ਜਿਹੜੇ ਕੈਨੇਡੀਅਨ ਨਾਗਰਿਕ ਨੇ ਟਰੈਵਲ ਨਾ ਕਰਨ, ਇਹ ਐਡਵਾਈਜ਼ਰੀ ਹੈ। ਉਹਦਾ ਰੀਜਨ ਇਹ ਕਹਿੰਦੇ ਨੇ ਵੀ ਉੱਥੇ ਕਿਡਨੈਪਿੰਗ, ਉੱਥੇ ਮਿਲੀਟੈਂਸੀ, ਉੱਥੇ ਜਿਹੜੇ ਬਾਕੀ ਸਾਰੀਆਂ ਚੀਜ਼ਾਂ ਦਾ ਡਰ ਬਣਿਆ ਹੋਇਆ ਤੇ ਉੱਥੇ ਹਾਲਾਤ ਬਹੁਤ ਖਰਾਬ ਨੇ। ਇਟ ਮੀਨਸ ਪੋਲੀਟੀਕਲੀ ਵੀ ਤੁਸੀਂ ਇੱਕ ਦੂਜੇ ਤੇ ਟਾਰਗੇਟ ਕਰ ਰਹੇ ਹੋ। ਪੋਲੀਟੀਕਲੀ ਹੋਮ ਮਿਨਿਸਟਰ ਸਾਡਾ ਪਾਰਲੀਮੈਂਟ 'ਚ ਦੱਸ ਕੇ ਹਟਿਆ, ਪਿਛਲੀ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਸਾਰੇ, ਔਰ ਸੁਪਰੀਮ ਕੋਰਟ 'ਚ ਵੀ ਦੱਸ ਕੇ ਹਟਿਆ ਜਦੋਂ 370 ਤੇ ਪੂਰੀ ਚਰਚਾ ਚੱਲ ਰਹੀ ਸੀ ਕਿ ਹਾਲਾਤ ਬਿਲਕੁਲ ਪੀਸਫੁਲ ਨੇ। 4 ਸਾਲ ਚਾਹ ਘਟ ਗਿਆ, ਮਤਲਬ
ਘਟਨਾਵਾਂ ਘਟ ਗਈਆਂ, ਜਿਹੜੀਆਂ ਟੈਰਰਿਜ਼ਮ ਦੀਆਂ ਨੇ, ਕਿਡਨੈਪਿੰਗ ਘਟ ਗਈ ਹੈ, ਪੱਥਰਬਾਜ਼ੀ ਘਟ ਗਈ ਹੈ, ਪੀਸ ਹੈ। ਤਾਂ ਜਦੋਂ ਇੱਕ ਕਾਊਂਟਰ ਦੂਜੇ ਪਾਸੇ ਫਿਰ ਇੱਕ ਕੰਟਰੀ ਖੜ ਕੇ ਇਹ ਗੱਲ ਕਹਿੰਦਾ ਤਾਂ ਲਾਜ਼ਮੀ ਹੈ ਉਹ ਗੱਲ ਨੂੰ, ਜਿਹਨੂੰ ਭਾਰਤ ਸਰਕਾਰ ਹਮੇਸ਼ਾ ਹੀ ਕਹਿ ਰਹੀ ਹੈ ਕਿ ਜੰਮੂ ਕਸ਼ਮੀਰ ਨੂੰ ਇੰਟਰਨੈਸ਼ਨਲਾਈਜ਼ ਮੁੱਦਾ ਨਾ ਬਣਾਓ, ਇਟ ਮੀਨ ਉਹ ਜੰਮੂ ਕਸ਼ਮੀਰ ਜਦੋਂ ਵਿੱਚ ਲੈ ਕੇ ਆਉਂਦਾ ਹੈ ਤਾਂ ਇੱਕ ਇਹਦੇ ਚ ਐਂਗਲ ਹੋਰ ਵੀ ਚਲਾ ਜਾਂਦਾ। ਤਾਂ ਇੱਕ ਲੈਵਲ ਤੇ ਤੁਸੀਂ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਹੱਲਾਸ਼ੇਰੀ ਹਿਲਾ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੱਗੇ ਜੰਮੂ ਕਸ਼ਮੀਰ ਦਾ ਮੁੱਦਾ ਮੇਨਲੀ ਉਹੀ ਉਠਾਉਂਦੇ ਰਹੇ ਨੇ ਪਾਕਿਸਤਾਨ ਵਾਲੇ ਇੰਟਰਨੈਸ਼ਨਲ ਮੰਚ ਤੇ ਕਿਸੇ ਤੇ ਵੀ ਜਾ ਕੇ, ਤੇ ਇਹ ਜੇ ਉਸ ਦੇ ਵਿੱਚ ਆਉਂਦਾ ਹੈ ਤਾਂ ਮਤਲਬ ਅੱਗੇ ਗੱਲ ਜਾ ਰਹੀ ਹੈ। ਤੇ ਫਿਰ ਐਡਵਾਈਜ਼ਰੀ ਕਾਊਂਟਰ ਇਹਨੂੰ ਲਗਭਗ, ਕਿਉਂਕਿ ਉਦੋਂ ਪਹਿਲੇ ਕੱਲ ਦੀ ਮੰਗਲਵਾਰ ਦੀ ਗੱਲ ਹੈ, ਉਹਨਾਂ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਐਡਵਾਈਜ਼ਰੀ ਕੈਨੇਡਾ ਦੀ ਹੈ, ਤੇ ਅਸੀਂ ਅੱਜ ਜਾ ਕੇ ਕੀਤੀ ਹੈ ਬੁੱਧਵਾਰ ਦੇ ਵਿੱਚ ਜਿਹੜੀ ਸਾਡੀ ਐਡਵਾਈਜ਼ਰੀ ਜਿਹੜੀ ਫੋਰਨ ਮਿਨਿਸਟਰੀ ਦੀ ਹੈ, ਜਿਹੜੀ ਇਹ ਕਹਿ ਰਹੀ ਹੈ ਕਿ ਜਿਹੜੇ ਸਾਡੇ ਭਾਰਤੀ ਸਿਟੀਜ਼ਨ ਨੇ ਤੇ ਵਿਦਿਆਰਥੀ ਨੇ, ਕਿਉਂਕਿ ਉੱਥੇ ਭਾਰਤ ਵਿਰੋਧੀ ਐਕਟੀਵਿਟੀ ਜਿਹੜੀਆਂ ਹੋ ਰਹੀਆਂ ਨੇ, ਜਿਹੜੇ ਉਹਦਾ ਵਿਰੋਧ ਕਰਦੇ ਨੇ, ਉਹਨਾਂ ਦੇ ਲਈ ਖਤਰਾ ਜਿਹੜਾ ਬਣਿਆ ਹੋਇਆ, ਉਹ ਉਹਨਾਂ ਥਾਵਾਂ ਤੇ ਉਹਨਾਂ ਖੇਤਰਾਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ ਜਿੱਥੇ ਕਿਤੇ ਇਹੋ ਜਿਹੇ ਮਾਹੌਲ ਦੀ ਗੱਲ ਲੱਗਦੀ ਹੈ। ਹੁਣ ਇਹ ਕੌਣ, ਕਿਹੜਾ ਖੇਤਰ ਹੈ, ਜਾਂ ਤਾਂ ਦੱਸ ਦੇਣਾ ਚਾਹੀਦਾ ਜਾਂ ਤਾਂ ਪਿੰਨ ਪੁਆਇੰਟ ਕਰਨਾ ਚਾਹੀਦਾ, ਤੇ ਇਹਦੇ ਨਾਲ ਤਾਂ ਇੱਕ ਗੱਲ ਬਣੂਗੀ ਨਾ, ਸਾਰੇ ਬੰਦੇ ਸੋਚਣਗੇ ਵੀ ਉਹ ਕਿਹੜਾ ਖੇਤਰ ਹੈ, ਕਿੱਥੇ ਜਾਇਆ ਜਾਏ ਕਿੱਥੇ ਨਾ ਜਾਇਆ ਜਾਏ, ਫਲੋ ਉਸ ਪੱਧਰ ਦੇ ਉੱਤੇ ਬਣਿਆ ਹੋਇਆ। ਔਰ ਇਹ ਦੋ ਗੱਲਾਂ ਨੇ, ਇਹਦਾ ਮਤਲਬ ਅਜੇ ਗਵਰਨਮੈਂਟਾਂ ਲੈਵਲ ਦੇ ਉੱਤੇ ਗੱਲ ਅੱਗੇ ਚੱਲ ਰਹੀ ਹੈ। ਔਰ ਈਵਨ ਥੋੜੇ ਕੋਈ ਵੱਡੇ ਵਿਦਵਾਨ ਵੀ ਜਿਹੜੇ ਸਟ੍ਰੈਟਜਿਕ ਅਫੇਅਰਸ ਦੇ ਮਾਮਲੇ ਨੇ, ਮੈਂ ਟਾਈਮ ਦੇ ਵਿੱਚ ਇੱਕ ਕੋਟ ਵੀ ਪੜ੍ਹ ਰਿਹਾ ਸੀਗਾ, ਮੈਗਜ਼ੀਨ ਵੱਡਾ ਮੈਗਜ਼ੀਨ ਹੈ ਪੂਰੇ ਦੁਨੀਆ 'ਚ ਪੜ੍ਹਿਆ ਜਾਂਦਾ ਇਸ ਪੋਲੀਟੀਕਲ ਉਹਦੇ ਮਾਮਲੇ 'ਚ, ਬ੍ਰਹਮ ਚਲਾਨੀ ਦਾ ਇੱਕ ਕੋਟ ਹੈ ਜਿਹੜਾ ਉਹਦੇ 'ਚ ਲਗਾਤਾਰ ਦਿੱਤਾ। ਉਹ ਕਹਿੰਦਾ ਵੀ ਇਹ ਜਿਹੜੇ ਹੁਣ ਜਿੱਡਾ ਵੱਡਾ ਮਤਲਬ ਪੇਚ ਫਸ ਗਿਆ ਅਮਰੀਕਾ ਤੇ ਭਾਰਤ ਦਾ ਇਸ ਮੁੱਦੇ ਦੇ ਉੱਤੇ, ਡਿਪਲੋਮੇਟ ਦੇ ਮਾਮਲੇ 'ਚ, ਬਾਕੀਆਂ ਦੇ ਵਿੱਚ, ਇਹ ਬਹੁਤ ਮੁਸ਼ਕਲ ਹੈ ਰਿਪੇਅਰ ਹੋਣਾ। ਇਹ ਰਿਪੇਅਰੇਬਲ ਸ਼ਾਇਦ ਨਹੀਂ ਹੈ, ਡੈਮੇਜ ਜ਼ਿਆਦਾ ਹੋ ਰਿਹਾ ਹੈ ਕੰਪੈਰੇਟਿਵਲੀ ਵਾਪਸ ਉਹਦੇ ਵਿੱਚ। ਇਹਦੇ ਨਾਲ ਕੀ ਹੋ ਗਿਆ ਕਿ ਇਹਦਾ ਮਤਲਬ ਗੱਲ ਪੁਰਾਣੀ ਚੱਲ ਰਹੀ ਹੈ, 1 ਸਤੰਬਰ ਤੋਂ ਲੈ ਕੇ ਕਈ ਘਟਨਾਵਾਂ ਕੋਟ ਕੀਤੀਆਂ ਗਈਆਂ ਨੇ ਜਿਹੜੀਆਂ ਚੱਲ ਰਹੀਆਂ ਨੇ, ਤੇ ਕੈਨੇਡੀਅਨ ਗਵਰਨਮੈਂਟ ਨੇ ਅਕਤੂਬਰ ਦੇ ਵਿੱਚ ਭਾਰਤ ਦੇ ਵਿੱਚ ਆਉਣ ਵਾਲਾ ਟ੍ਰੇਡ ਮਿਸ਼ਨ ਕੈਂਸਲ ਕਰ ਦਿੱਤਾ ਹੈ। ਤੇ ਉਹ ਕਹਿੰਦੇ ਨੇ ਵੀ ਇਹ ਗੱਲ, ਇਹਦਾ ਮਤਲਬ ਟ੍ਰੇਡ ਦੇ ਨਾਲ ਸੰਬੰਧਿਤ ਜੋ ਚੀਜ਼ਾਂ ਸੀ ਸਾਡੀਆਂ ਜਿਹੜੀਆਂ ਅੱਗੇ ਵਧ ਰਹੀਆਂ ਸੀ, ਇੱਕ ਸਮੇਂ ਚਾਈਨਾ ਦੇ ਟ੍ਰੇਡ ਦੇ ਮੁਕਾਬਲੇ ਵੈਸਟ ਅਮਰੀਕਾ, ਕੈਨੇਡਾ, ਭਾਰਤ ਨੂੰ ਨਾਲ ਲੈ ਕੇ ਜਿਹੜਾ ਖੜਾ ਹੋਣ ਦੀ ਗੱਲ ਸੀਗੀ ਇਸ ਰੀਜਨ ਦੀ ਮਾਰਕੀਟ ਦੇ ਵਿੱਚ, ਉਹ ਤੇ ਵੀ ਡੈਂਟ ਪੈ ਰਿਹਾ ਹੈ ਇਹ ਸਾਰੇ ਮਾਮਲੇ ਦੇ ਨਾਲ, ਜਿਹੜਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਕਿ ਜਦੋਂ ਉਹ ਨੈਗੋਸ਼ੀਏਸ਼ਨ ਵੀ ਬੰਦ ਹੋ ਜਾਏਗੀ, ਟ੍ਰੇਡ ਨੈਗੋਸ਼ੀਏਸ਼ਨ ਮਿਸ਼ਨ ਇੱਕ ਦੂਜੇ ਦੇ ਜਾਣੇ ਬੰਦ ਹੋ ਜਾਣਗੇ, ਤਾਂ ਗੱਲ ਅੱਗੇ ਵਧਣੀ ਜਿਹੜੀ ਹੈ ਉਹ ਔਖੀ ਹੋ ਜਾਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਵੀ ਲੋਕ ਅੰਦਾਜ਼ਾ ਲਾ ਰਹੇ ਨੇ ਵੀ ਇਹ ਸਾਰੇ ਮਾਮਲੇ ਦੇ ਵਿੱਚ ਇਹ ਸੰਭਵ ਹੈ ਇੱਕ ਹੱਦ ਤੱਕ ਕਿ ਭਾਰਤ ਦਾ ਜਿਹੜਾ ਇੰਟਰਨੈਸ਼ਨਲ ਸਟੈਂਡ ਫੋਰਨ ਅਫੇਅਰ ਦੇ ਵਿੱਚ ਰਿਹਾ ਸੀ ਰੂਸ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ, ਰਸ਼ੀਆ ਦੇ ਨਾਲ ਬਣਾ ਕੇ ਚੱਲਣ ਦਾ ਜਿਹੜਾ ਇੱਕ ਸੈਟਅਪ ਸੀ, ਨਾਟੋ ਦੇ ਟੋਟਲੀ ਦੂਜੇ ਪਾਸੇ ਸਟੈਂਡ ਕਰਦੇ ਦਿਖਾਈ ਦੇ ਰਹੇ ਸੀ। ਔਰ ਇਹ ਇੱਕ ਸਟ੍ਰੈਟਜੀ ਦਾ ਮਾਮਲਾ ਵੀ ਹੈ ਜਿਹਦੇ ਚ ਥੋੜਾ ਜਿਹਾ ਇੱਕ ਬਾਂਹ ਮਰੋੜਨ ਦੀ ਗੱਲ ਵੀ ਕਿਤੇ ਨਾ ਕਿਤੇ ਕਹੀ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਔਰ ਇਹ ਹੁਣ ਕਿੰਨੇ ਮਾਮਲੇ ਨੇ ਕਿੰਨੇ ਨਹੀਂ, ਇਹ ਉਦੋਂ ਬਾਅਦ ਦੀ ਗੱਲ ਹੈ। ਇਹ ਵਿਦਵਾਨਾਂ ਸਟ੍ਰੈਟਜੀਕਲ ਅਫੇਅਰ ਜਿਹਦੇ ਆਪਣੇ ਲੌਜਿਕ ਨੇ, ਹਰੇਕ ਦੇ ਆਪਣੀ ਆਪਣੀ ਦਲੀਲ ਹੈ, ਪਰ ਵੱਡੀ ਗੱਲ ਇਹ ਹੈ ਕਿ ਸਾਡੀ ਆਬਾਦੀ, ਸਾਡੇ ਲੋਕ ਜਿਹੜੇ ਲਗਾਤਾਰ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਨਾ ਕੇਵਲ ਫਾਈਨਾਂਸ ਦੇ ਮਾਮਲੇ 'ਚ ਜੁੜੇ ਹੋਏ ਨੇ, ਹਿਊਮਨ ਰਿਲੇਸ਼ਨ ਦੇ ਤੌਰ ਤੇ ਵੀ ਜੁੜੇ ਹੋਏ ਨੇ, ਮਨੁੱਖੀ ਸੰਬੰਧਾਂ ਦੇ ਤੌਰ ਤੇ ਡਾਇਰੈਕਟਲੀ ਜਿਹੜੇ ਜੁੜੇ ਹੋਏ ਨੇ। ਔਰ ਜੇ ਇਹਦੇ ਨਾਲ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਹੌਲੀ ਹੌਲੀ ਲੋਕਾਂ ਦੇ ਮਨ 'ਚ ਆ ਜਾਂਦਾ ਹੈ ਕਿ ਅੱਜ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ, ਕੱਲ ਨੂੰ ਫਲੋ ਘਟ ਗਿਆ, ਫਲਾਈਟਸ ਨਹੀਂ ਉੱਡਣਗੀਆਂ, ਘਟ ਜਾਣਗੀਆਂ, ਚੈੱਕ ਜ਼ਿਆਦਾ ਹੋ ਜਾਣਗੇ, ਤਾਂ ਮਤਲਬ ਬੰਦਸ਼ਾਂ ਲੱਗ ਜਾਣਗੀਆਂ ਥੋੜੀਆਂ ਬਹੁਤ, ਇੱਥੋਂ ਲਾ ਦੇਣ ਚਾਹੇ ਇਹ ਗਵਰਨਮੈਂਟ ਚਾਹੇ ਉਹ, ਤਾਂ ਜਿੰਨੇ ਲੋਕ ਪੈਸੇ ਲੈ ਕੇ ਚੱਕੀ ਫਿਰਦੇ ਨੇ, ਕੋਈ ਆਈਲੈਟਸ ਕਰਕੇ, ਕੋਈ ਫਲਾਨਾ ਇੱਧਰ ਜਾਣਾ ਆਉਣਾ, ਬਾਕੀ ਦੀਆਂ ਚੀਜ਼ਾਂ, ਤਾਂ ਕਾਫੀ ਜ਼ਿਆਦਾ ਅਸਰ ਅੰਦਾਜ਼ ਜਿਹੜਾ ਹੋਏਗਾ, ਇਹ ਮਨੋਵਿਗਿਆਨਕ ਅਸਰ ਜਿਹੜਾ ਉਹਨਾਂ ਲੋਕਾਂ ਤੇ ਪਏਗਾ ਜਿਹੜੇ ਲੋਕ ਆਪਣੀ ਬਿਹਤਰ ਜ਼ਿੰਦਗੀ ਜਾਂ ਕਿਸੇ ਲੈਵਲ ਦੀ ਚਾਹੁੰਦੇ ਨੇ ਕਿ ਆਪਾਂ ਇਸ ਤਰੀਕੇ ਦਾ ਚੱਲਦੇ ਆ। ਇਹ ਵੀ ਇੱਕ ਬੜਾ ਵੱਡਾ ਇੱਕ ਮਾਮਲਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਸਾਡੇ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਨੇ ਵੈਸਟ ਨਾਲ ਕਦੇ ਵੀ ਬਹੁਤੇ ਮਾੜੇ ਨਹੀਂ, 3 ਵਾਰ ਦਾ 4 ਵਾਰ ਦਾ ਸਾਡਾ ਸੰਬੰਧ ਹੁੰਦਾ ਓਵਰਆਲ ਅਮਰੀਕਾ, ਕੈਨੇਡਾ ਤੇ ਬਾਕੀ ਪਿਛਲੇ 40 ਸਾਲਾਂ 'ਚ, ਈਵਨ 47 ਤੋਂ ਲੈ ਕੇ ਵੀ 4 ਜਾਂ 5 ਵਾਰ ਹੈ, ਬਹੁਤੀ ਵਾਰ ਕਦੇ, ਜਿਵੇਂ ਪਾਕਿਸਤਾਨ ਨਾਲ ਤਾਂ ਬਾਰ-ਬਾਰ ਹੁੰਦਾ ਹੈ, ਘੱਟੋ ਘੱਟ ਇਹ ਵੀ ਡਿਪਲੋਮੈਟ ਲੈਵਲ ਤੇ ਇੰਨੇ ਨਹੀਂ ਵਿਗੜੇ ਸੀ ਰਿਲੇਸ਼ਨ ਜਿੰਨੇ ਰਿਲੇਸ਼ਨ ਇਹਦੇ 'ਚ ਇਸ ਸਮੇਂ ਦੇ ਵਿੱਚ ਉਹ ਮੰਨ ਰਹੇ ਨੇ ਜਿਹੜੇ ਐਕਸਪਰਟ ਨੇ ਕਿ ਜ਼ਿਆਦਾ ਡਾਊਨ ਜਿਹੜੇ ਉਸ ਪੱਧਰ ਤੇ ਜਾ ਰਹੇ ਨੇ। ਤਾਂ ਇਹਦੇ 'ਚ ਫੋਰਨ ਪਾਲਿਸੀ ਦੇ ਜਿਹੜੇ ਕੁਐਸਚਨ ਨੇ, ਇਹਦਾ ਮਤਲਬ ਦੁਬਾਰਾ ਕਈ ਵਾਰ ਸਾਡੇ ਪਾਲਿਸੀ ਦੇ, ਫੋਰਨ ਪਾਲਿਸੀ ਦੇ ਮੁੱਦੇ ਸਾਡੀ ਸੰਸਦ 'ਚ ਵੀ ਡਿਸਕਸ ਹੋਏ ਨੇ ਬੜੀ ਵਾਰ,
ਔਰ ਪਹਿਲਾਂ ਕਹਿੰਦੇ ਸੀ ਕੰਸੈਂਸਸ ਬੇਸਡ ਫੋਰਨ ਪਾਲਿਸੀ ਹੁੰਦੀ ਰਹੀ ਹੈ। ਜਦੋਂ ਵਾਰ-ਵਾਰ 2014 ਤੋਂ ਬਾਅਦ ਐਲੀਗੇਸ਼ਨ ਲਾਉਂਦੀਆਂ ਸੀ ਵਿਰੋਧੀ ਧਿਰਾਂ ਕਿ ਹੁਣ ਇਹ ਕੰਸੈਂਸਸ ਬੇਸਡ ਫੋਰਨ ਪਾਲਿਸੀ ਨਹੀਂ, ਸਟ੍ਰੈਟਜੀਕਲੀ ਫਰਕ ਪੈ ਰਿਹਾ ਹੈ, ਦੱਸਿਆ ਨਹੀਂ ਜਾ ਰਿਹਾ ਪਾਰਲੀਮੈਂਟ ਨੂੰ, ਫਲਾਨਾ ਨਹੀਂ, ਉਹ ਪਤਾ ਨਹੀਂ ਹੁਣ ਸਾਡੇ ਅਜੇ ਡਿਸਕਸ ਹੋ ਨਹੀਂ ਰਹੀ ਪਾਰਲੀਮੈਂਟ 'ਚ ਇਹਨਾਂ ਮਾਮਲਿਆਂ ਦੇ ਉੱਤੇ ਬਹੁਤ ਜ਼ਿਆਦਾ, ਜਾਂ ਪਾਰਟੀਆਂ ਨੂੰ ਸਾਰੀਆਂ ਨੂੰ ਘੱਟੋ ਘੱਟ ਜੇਕਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਇਦੋਂ ਪਹਿਲਾਂ ਇਹ ਕਰਦੀ ਰਹੀਆਂ ਨੇ ਗਵਰਨਮੈਂਟਾਂ, ਜਦੋਂ ਐਡਾ ਵੱਡੇ ਮਾਮਲੇ ਨੇ ਉਹ ਆਲ ਪਾਰਟੀ ਮੀਟਿੰਗ ਬੁਲਾ ਕੇ ਬਰੀਫਿੰਗ ਦਿੰਦੇ ਆ ਰਹੀਆਂ ਨੇ ਗਵਰਨਮੈਂਟਾਂ, ਚਾਹੇ ਜਿੱਥੇ ਮਰਜ਼ੀ ਹੈ। ਜੇ ਜੰਗ ਦਾ ਮਾਹੌਲ ਹੈ, ਡਿਪਲੋਮੈਟਿਕ ਬਹੁਤ ਜ਼ਿਆਦਾ ਕਿਸੇ ਨਾਲ ਪ੍ਰੋਬਲਮ ਆ ਰਹੀ ਹੈ, ਤਾਂ ਕਿ ਆਪੋਜੀਸ਼ਨ ਨੂੰ ਵੀ ਇੱਕ ਕੌਨਫੀਡੈਂਸ ਲਿਆ ਜਾਂਦਾ ਕਿ ਅਸਲ 'ਚ ਹਕੀਕਤ ਆਏ ਆ ਨਹੀਂ ਆ, ਅਸੀਂ ਆਹ ਰਾਇ ਬਣਾਉਣੀ ਹੈ। ਇਹ ਸਟ੍ਰੈਟਜੀ ਵੀ ਬੰਦ ਹੋ ਗਈ ਹੈ ਮੇਰੇ ਖਿਆਲ ਸਾਡੇ ਕੰਟਰੀ 'ਚ ਕਾਫੀ ਦੇਰ ਤੋਂ, ਦੇਖਿਆ ਨਹੀਂ ਕਦੇ ਕਿ ਐ ਬਰੀਫਿੰਗ ਚੱਲ ਰਹੀ ਹੈ ਪਾਰਟੀਆਂ ਦੇ ਵਿੱਚ। ਸਾਡੇ ਤਾਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਆਪੋਜੀਸ਼ਨ ਕਹੀ ਜਾਂਦੇ ਸਾਨੂੰ ਏਜੰਡਾ ਨਹੀਂ ਪਤਾ, ਉੱਥੇ ਜਾ ਕੇ ਪਤਾ ਲੱਗੂ ਕਿਹੜਾ ਏਜੰਡਾ ਕਿਹੜਾ ਨਹੀਂ ਏਜੰਡਾ। ਮਤਲਬ ਜਿਹੜਾ ਫੰਕਸ਼ਨਿੰਗ ਦਾ ਤਰੀਕਾ ਹੈ, ਕੰਮ ਕਰਨ ਦਾ ਤਰੀਕਾ ਹੈ, ਇਹ ਤਰੀਕੇ ਤੇ ਜ਼ਰੂਰ ਆਬਜੈਕਸ਼ਨ ਹੋ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਹਾਂ, ਇਹ ਗੱਲ ਕਹੀ ਜਾ ਰਹੀ ਹੈ ਵੀ ਜੇ ਟਰੂਡੋ ਉੱਥੇ ਤੱਕ ਗਏ ਹਾਊਸ ਆਫ ਕਾਮਨਸ ਦੇ ਵਿੱਚ ਜਾ ਕੇ ਆਪਣੀ ਗੱਲ ਕਹਿੰਦੇ ਨੇ, ਤਾਂ ਇਹਦਾ ਮਤਲਬ ਅਜੇ ਹੋਰ ਬਹੁਤ ਪਰਤਾਂ ਹੋਣਗੀਆਂ ਜਿਹੜੀਆਂ ਸਾਡੇ ਕੋਲ ਸਾਹਮਣੇ ਨਹੀਂ ਆਈਆਂ ਦੋਨੋਂ ਦੇਸ਼ਾਂ ਦੇ। ਉਹਨਾਂ ਦੀ ਖਤੋ ਖਤਾਬਤ, ਜਵਾਨੀ ਜਾਂ ਵੈਸੇ ਕੁਝ ਹੋਇਆ ਹੋਵੇ, ਗੱਲਾਂ ਬਾਤਾਂ ਕਿੰਨੀਆਂ ਚੱਲੀਆਂ ਹੋਣ। ਹੁਣ ਦਾ ਮਾਮਲਾ ਨਹੀਂ, ਇਹ 2015 ਤੋਂ ਹੀ ਚੱਲ ਰਹੇ ਨੇ ਇਸ਼ੂ ਇਸ ਲੈਵਲ ਦੇ। ਭਾਰਤ ਲਗਾਤਾਰ ਇੱਕ ਆਬਜੈਕਸ਼ਨ ਕਰਦਾ ਰਿਹਾ ਕਿ ਉਹ ਇਹ ਕਹਿੰਦਾ ਰਿਹਾ ਵੀ ਉਹ ਮਿਲੀਟੈਂਟਾਂ ਲਈ ਸਵਰਗ ਹੈ ਜੀ, ਉੱਥੇ ਤਾਂ ਜੀ ਜਿਵੇਂ ਮਰਜ਼ੀ ਰਹਿੰਦੇ ਨੇ ਉਹ ਬਾਕੀ ਰਹਿੰਦੇ ਨੇ, ਤੁਸੀਂ ਧਿਆਨ ਨਹੀਂ ਦਿੰਦੇ, ਤੁਹਾਡੀ ਧਰਤੀ ਨੂੰ ਵਰਤਣ ਦਾ ਮੌਕਾ ਦੇ ਰਹੇ ਹੋ। ਇਹਦਾ ਮਤਲਬ ਬੜਾ ਕੁਝ ਲਿਖਤੀ ਜੈਸ਼ੰਕਰ ਜਦੋਂ 2000 ਉਸ ਤੋਂ ਬਾਅਦ ਜਾਂਦੇ ਨੇ ਲਗਾਤਾਰ ਮੰਤਰੀ ਬਣਨ ਤੋਂ ਬਾਅਦ ਕੈਨੇਡਾ 'ਚ ਵੀ ਕਹਿ ਕੇ ਆਏ, ਵੱਖ-ਵੱਖ ਥਾਵਾਂ ਤੇ ਕਹਿ ਰਹੇ ਨੇ ਵਿਦੇਸ਼ ਮੰਤਰੀ ਸਾਡੇ। ਤਾਂ ਇਹ ਟੂ ਵੇ ਪ੍ਰੋਸੈਸ ਮੇਰੇ ਖਿਆਲ ਹੈ ਉਹਦਾ ਵੀ ਰਿਐਕਸ਼ਨ ਹੋਏਗਾ ਕਈ ਵਾਰ ਕਿ ਤੁਸੀਂ ਬਾਰ-ਬਾਰ ਐਲੀਗੇਟ ਕਰਦੇ ਹੋ ਸਾਡੀ ਧਰਤੀ ਤੇ ਕੀ ਹੋ ਰਿਹਾ ਕੀ ਨਹੀਂ, ਅਸੀਂ ਆਪਣੇ ਢੰਗ ਨਾਲ ਦੇਖਣਾ। ਤੁਸੀਂ ਇਹ ਵੀ ਤਾਂ ਆ ਕੇ ਪਬਲਿਕਲੀ ਬਿਆਨ ਦਿੰਦੇ ਸੀ ਨਾ, ਅਸੀਂ ਕੈਨੇਡਾ ਨੂੰ ਆ ਕੇ, ਅਸੀਂ ਕੈਨੇਡਾ ਨੂੰ ਆ ਕੇ, ਇਹਨਾਂ ਨੇ ਕਿਹੜਾ ਕੋਈ ਜਾ ਕੇ ਅੰਦਰ ਖਾਤੇ ਰੱਖਿਆ ਉਹ ਵੀ ਤੁਸੀਂ ਇਹ ਨਾ ਚਲਾਓ। ਦੋਨੋਂ ਧਿਰਾਂ ਜਿਹੜੀਆਂ ਜਦੋਂ ਪਬਲਿਕਲੀ ਇਸ ਲੈਵਲ ਤੇ ਟਰੀਟ ਕਰਦੀਆਂ ਨੇ, ਦੋਨੋਂ ਗਵਰਨਮੈਂਟਾਂ ਖੜੀਆਂ ਹੋ ਜਾਂਦੀਆਂ ਨੇ ਆਪਸਦਾਰੀ ਦੇ ਵਿੱਚ, ਤਾਂ ਉਹ ਕਾਫੀ ਮਾਮਲਾ, ਇਹਦਾ ਮਤਲਬ ਬਹੁਤ ਕੁਝ ਪੁਲਾਂ ਦੇ ਹੇਠੋਂ ਪਹਿਲਾਂ ਪਾਣੀ ਲੰਘਿਆ ਹੋਇਆ ਹੈ, ਉਦੋਂ ਬਾਅਦ ਜਾ ਕੇ ਨੌਬਤ ਆਉਂਦੀ ਹੈ। ਇਸੇ ਕਰਕੇ ਸੀਰੀਅਸ ਗੱਲ ਜਿਹੜੀ ਉਸ ਪੱਧਰ ਦੇ ਉੱਤੇ ਦਿਖਾਈ ਦੇ ਰਹੀ। ਸਰਦਾਰ ਹਰਮੀਤ ਸਿੰਘ ਜਦੋਂ ਜ਼ਿਕਰ ਕਰ ਰਹੇ ਸੀਗੇ ਚਲਾਨੀ ਦੀ ਉਸ ਕੋਰਟ ਦਾ, ਤੇ ਉਹਦੇ ਵਿੱਚ ਇਹਨਾਂ ਨੇ ਇੰਡੀਆ ਕੈਨੇਡਾ ਕਹਿਣਾ ਸੀ, ਅਮਰੀਕਾ ਕਿਹਾ ਗਿਆ। ਕਈ ਵਾਰੀ ਛੋਟੀਆਂ-ਛੋਟੀਆਂ ਸਾਡੀਆਂ ਗਲਤੀਆਂ ਤੁਸੀਂ ਨੋਟ ਕਰਦੇ ਰਹਿੰਦੇ ਹੋ, ਬੋਲਣ ਦੇ ਵਿੱਚ ਬਹੁਤ ਵਾਰੀ ਇਹ ਛੋਟੇ-ਛੋਟੇ ਸ਼ਬਦ ਜਿਹੜੇ ਨੇ ਐਵੇਂ ਆ ਜਾਂਦੇ ਆ। ਸਰਦਾਰ ਜਗਤਾਰ ਸਿੰਘ ਜੀ ਇੱਥੇ ਕੋਈ ਜ਼ਿਕਰ ਕਰਨਾ ਚਾਹ ਰਹੇ ਫਰਦਰ? ਜਦੋਂ ਜਸਟਿਨ ਟਰੂਡੋ ਪੰਜਾਬ ਆਏ ਹੈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ, ਉਹਨਾਂ ਨੇ ਇੱਕ ਲਿਸਟ ਦਿੱਤੀ ਸੀਗੀ ਉਹਨਾਂ ਨੂੰ, ਜਿਹਦੇ 'ਚ ਇਹਨੇ ਕਿਹਾ ਵੀ ਆ ਸਾਡੇ ਜਿਹਨਾਂ ਨੂੰ ਇਹ ਟੈਰਰਿਸਟ ਕਹਿੰਦੇ ਵੀ ਕੈਨੇਡਾ ਦੀ ਧਰਤੀ ਤੇ ਬੈਠੇ ਤੇ ਉਹਨਾਂ ਨੂੰ ਵਾਪਸ ਭੇਜੋ। ਸੋ ਇਹ ਇਸ਼ੂ ਖਾਸਾ ਪੁਰਾਣਾ ਚੱਲਦਾ ਆ ਰਿਹਾ। ਗੌਰਮੈਂਟ ਆਫ ਇੰਡੀਆ ਵੀ ਪਹਿਲਾਂ ਪਾਕਿਸਤਾਨ ਨੂੰ ਲਿਸਟਾਂ ਭੇਜਦੇ ਹੁੰਦੇ ਸੀਗੇ, ਇਹ ਹੁਣ ਚੀਫ ਮਿਨਿਸਟਰ ਪੰਜਾਬ ਦਾ ਲਿਸਟ ਦੇਵੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ। ਇਹ ਇੰਟਰਸਟਿੰਗ ਸਿਚੁਏਸ਼ਨ ਸੀ ਉਸ ਵੇਲੇ, ਤੇ ਚਰਚਾ ਵੀ ਇਹਦੀ ਹੋਈ ਸੀਗੀ ਕਿ ਇਹ ਜਿਹੜਾ ਕੰਮ ਗਵਰਨਮੈਂਟ ਆਫ ਇੰਡੀਆ ਨੂੰ ਕਰਨਾ ਚਾਹੀਦਾ ਸੀ, ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸੀਗੇ। ਨਾਰਮਲੀ ਸੈਂਟਰਲ ਗਵਰਨਮੈਂਟ ਇਹ ਲਿਸਟ ਅੱਗੇ ਕਰਵੇ ਕਰਦੀ ਹੁੰਦੀ ਹੈ, ਸੋ ਇਹਨਾਂ ਨੇ ਇੱਥੇ ਲਿਸਟ ਦਿੱਤੀ ਸੀਗੀ। ਇੱਕ ਐਸਪੈਕਟ ਹੋ ਰਿਹਾ, ਇੱਕ ਲਗਾਤਾਰ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਇੱਕ ਸੈਕਸ਼ਨ ਵੱਲੋਂ ਬਈ ਇਹ ਕੈਨੇਡਾ ਦਾ ਮਸਲਾ ਸਿੱਖਾਂ ਦੀ ਸਪੋਰਟ ਦਾ ਹੈ ਵੋਟਾਂ ਦੇ ਵਿੱਚ। ਅੱਗੇ ਇਲੈਕਸ਼ਨ ਆ ਰਹੀ ਹੈ ਕੈਨੇਡਾ ਦੀ ਤੇ ਜਸਟਿਨ ਟਰੂਡੋ ਸਿੱਖਾਂ ਦੀ ਸਪੋਰਟ ਚਾਹੁੰਦੇ ਆ। ਮੈਂ ਸਿਰਫ ਛੋਟੀ ਜਿਹੀ ਗੱਲ ਕਲੀਅਰ ਕਰਦਾ, ਸਿੱਖਾਂ ਨਾਲੋਂ ਜ਼ਿਆਦਾ ਪਾਪੂਲੇਸ਼ਨ ਕੈਨੇਡਾ ਦੇ ਵਿੱਚ ਹਿੰਦੂਆਂ ਦੀ ਹੈ। ਉਹਨਾਂ ਨੂੰ ਹਿੰਦੂ ਵੋਟ ਜ਼ਿਆਦਾ ਜ਼ਰੂਰੀ ਹੈ ਕਿ ਸਿੱਖ ਵੋਟ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਪਾਪੂਲੇਸ਼ਨ ਦੀ ਗੱਲ ਕਰੀਏ? ਸੋ ਇਹ ਜਿਹੜਾ ਇਹ ਪ੍ਰੋਪੇਗੈਂਡਾ ਲਗਾਤਾਰ ਕੀਤਾ ਜਾ ਰਿਹਾ ਹੈ, ਇਹ ਸੋਚ ਸਮਝ ਕੇ ਮੇਰੇ ਖਿਆਲ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਮੈਂ ਇੰਨੀ ਕੀ ਐਡੀਸ਼ਨ ਨਾਲ ਕਰਨੀ ਸੀ। ਅੱਜ ਮੈਨੂੰ ਸਰਦਾਰ ਇੰਦਰਜੀਤ ਸਿੰਘ ਬੱਲ ਜਿਹੜੇ ਉੱਥੇ ਕਾਰੋਬਾਰੀ ਨੇ ਕੈਨੇਡਾ 'ਚੋਂ ਨੌਕ ਕਰਦੇ ਆ ਕਿ ਪਹਿਲੀ ਗੱਲ ਤਾਂ ਕੋਈ ਉੱਥੇ ਇਲੈਕਸ਼ਨ ਤੁਰੰਤ ਹੈ ਨਹੀਂ, ਇਲੈਕਸ਼ਨ 25 'ਚ ਆ ਰਹੀ ਹੈ। ਜਿਹੜੀ 19 ਤੋਂ ਬਾਅਦ 21 ਵਿੱਚ ਇਲੈਕਸ਼ਨ ਹੋਈ ਸੀ ਉਹ ਮਿਡ ਟਰਮ ਇਲੈਕਸ਼ਨ ਸੀਗੀ। ਹੁਣ ਜਿਹੜੀ ਇਹ 25 'ਚ ਇਲੈਕਸ਼ਨ ਹੈਗੀ ਆ 4 ਸਾਲ ਬਾਅਦ ਹੁੰਦੀ ਆ, ਔਰ ਇਹ ਹੁਣ ਨਹੀਂ ਹੈ ਅਜੇ। ਸੋ ਇਸ ਕਰਕੇ ਕੋਈ ਇਲੈਕਸ਼ਨ ਨਾਲ ਵੀ ਇਹਦਾ ਸੰਬੰਧ ਨਹੀਂ। ਵੈਸੇ ਤਾਂ ਉਹਨਾਂ ਨੇ ਮੈਨੂੰ ਸਵੇਰ ਦੇ ਸਾਡੇ ਐਪੀਸੋਡ ਦੇ ਵਿੱਚ ਇੱਕ ਗੱਲ ਜਿਹੜੀ ਕਿਸੇ ਅਖਬਾਰ ਦੇ ਹਵਾਲੇ ਨਾਲ ਇੰਦਰਪ੍ਰੀਤ ਸਿੰਘ ਨੇ ਕਹੀ ਸੀਗੀ, ਔਰ ਉਹ ਵੀ ਜ਼ਿਕਰ ਕਰ ਰਹੇ ਸੀਗੇ ਕਿ ਜਿਹੜੀ ਜਗਮੀਤ ਸਿੰਘ ਵਾਲੀ ਪਾਰਟੀ ਜਿਹਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ, ਉਹ ਮੂਲ
ਉੱਥੋਂ ਦੇ ਜਿਹੜੇ ਗੋਰਿਆਂ ਦੀ ਪਾਰਟੀ ਆ, ਕੈਨੇਡੀਅਨਸ ਦੀ ਪਾਰਟੀ ਆ, ਜਗਮੀਤ ਸਿੰਘ ਨੂੰ ਉਹਨਾਂ ਨੇ ਚੁਣ ਕੇ ਇੱਕ ਵੱਡਾ ਦਿਲ ਦਿਖਾਇਆ। ਉਹਦੇ ਵਿੱਚ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਦੇ ਵਿਅਕਤੀ ਨੂੰ ਚੁਣੇ ਜਾਣਾ, ਔਰ ਉਹ ਵੀ ਘੱਟ ਗਿਣਤੀ ਦੇ ਵਿੱਚੋਂ ਇੱਕ ਦਮਾਲੇ ਵਾਲੇ ਨੂੰ, ਉਹ ਉਹਨਾਂ ਦੀ ਵੱਡੀ ਸੋਚ ਦਾ ਲਖਾਇਕ ਹੈਗਾ। ਇਹਦਾ ਜ਼ਿਕਰ ਬਾਰ-ਬਾਰ ਉੱਥੋਂ ਕੈਨੇਡਾ ਦੇ ਵਿੱਚ ਹੋਇਆ। ਮੈਂ ਇਹਦੇ ਨਾਲ ਹੀ ਹੋਰ ਮੈਂ ਨਾਲ ਐਡੀਸ਼ਨ ਕਰ ਦਿੰਦਾ ਕਿ ਜਿਸ ਹਲਕੇ ਚੋਂ ਚੁਣੇ ਗਏ ਹੈ ਜੀ, ਉਹ ਸਾਰਾ ਨਾਨ ਪੰਜਾਬੀ ਹਲਕਾ ਹੈ, ਕੈਨੇਡੀਅਨ ਦਾ ਹਲਕਾ। ਹਾਂ, ਉਹਦੇ ਵਿੱਚ ਕੋਈ 5000 ਜਾਂ ਇਸ ਤੋਂ ਵੀ ਘੱਟ ਸਿੱਖ ਵੋਟ ਹੈ। ਬਾਕੀ ਸਾਰੀ ਦੀ ਸਾਰੀ ਵੋਟ ਜਿਹੜੀ ਆ ਉੱਥੋਂ ਦੇ ਮੂਲ ਨਿਵਾਸੀਆਂ ਦੀ ਜ਼ਿਆਦਾ ਤੌਰ ਤੇ ਗੋਰਿਆਂ ਦੀ ਆ, ਕਿ ਜਿਹਨੂੰ ਕਹਿ ਲੈਂਦੇ ਆ। ਪਰ ਮੈਂ ਸਰਦਾਰ ਜਗਤਾਰ ਸਿੰਘ ਜੀ, ਇਸ ਮੁੱਦੇ ਨੂੰ ਇੰਟਰਨੈਸ਼ਨਲ ਤੋਂ ਆਪਾਂ ਇੱਥੇ ਡੋਮੈਸਟਿਕ ਲੈ ਆਉਂਦੇ ਆ, ਘਰੇਲੂ ਪਿੱਚ ਤੇ ਇਹਨੂੰ ਜੇ ਦੇਖੀਏ ਤੇ ਪੰਜਾਬ ਦੀ ਪੋਲਿਟਿਕਸ ਤੇ ਇਹਦਾ ਬੜਾ ਅਸਰ ਹੈ। ਅੱਜ ਪੂਰੇ ਦਿਨ 'ਚ ਕਈ ਸਿਆਸੀ ਆਗੂਆਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਦੇਖਿਆ ਕਿ ਲਗਭਗ ਸਾਰਿਆਂ ਦਾ ਜਿਹੜਾ ਰਵਾਇਤੀ ਨਜ਼ਰੀਆ ਉਹਦੇ 'ਚ ਬਦਲਾਅ ਆ ਗਿਆ। ਜਿਹੜੀ ਅਕਾਲੀ ਦਲ ਕੱਲ ਤੱਕ ਪੱਬਾਂ ਭਾਰ ਸੀ ਵੀ ਕਿਸੇ ਤਰੀਕੇ ਨਾਲ ਇਹਨਾਂ ਨਾਲ ਸਾਡਾ ਸਮਝੌਤਾ ਹੋ ਜਾਏ, ਬੀਜੇਪੀ ਮੰਨ ਜਾਏ, ਕੋਈ ਇੱਜ਼ਤਦਾਰ ਤਰੀਕੇ ਨਾਲ ਸਾਡਾ ਸਮਝੌਤਾ ਹੋ ਜਾਏ, ਸਾਡਾ ਹੱਥ ਉੱਤੇ ਰਹਿ ਜਾਏ, ਅੱਜ ਉਹ ਸਿਚੁਏਸ਼ਨ ਬਦਲੀ ਹੋਈ ਮੰਨ ਰਹੇ ਉਹਦੇ ਕਈ ਲੀਡਰ, ਕਿ ਹੁਣ ਜੇਕਰ ਇਹ ਸਮਝੌਤਾ ਹੁੰਦਾ ਤੇ ਅਕਾਲੀਆਂ ਨੂੰ ਇਹ 'ਚ ਨੁਕਸਾਨ ਹੋ ਸਕਦਾ, ਅਕਾਲੀ ਇਕੱਲੇ ਜਾਣ, ਇਹਦੀ ਗੱਲ ਬਾਰ-ਬਾਰ ਹੋ ਰਹੀ ਹੈ। ਔਰ ਇਸੇ ਸੰਦਰਭ ਵਿੱਚ ਕਈ ਕਾਂਗਰਸੀ ਆਗੂ ਇਹ ਕਹਿ ਰਹੇ ਨੇ ਕਿ ਹੁਣ ਕਾਂਗਰਸ ਨੂੰ ਆਮ ਆਦਮੀ ਪਾਰਟੀ ਨਾਲ ਜਾਣ ਦਾ ਨੁਕਸਾਨ ਹੋਏਗਾ, ਤੇ ਜੇ ਅਕਾਲੀ ਦਲ ਇਕੱਲਾ ਜਾਂਦਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਜਾਂਦੇ ਆ ਤਾਂ ਫਾਇਦਾ ਅਕਾਲੀ ਦਲ ਨੂੰ ਹੋਣ ਵਾਲਾ। ਸੋ ਇਹ ਸਿਚੁਏਸ਼ਨ ਬਦਲੀ ਹੋਈ ਦੇ ਵਿੱਚ ਲੀਡਰ ਭਾਵੇਂ ਇਹਨਾਂ ਮੁੱਦਿਆਂ ਤੇ ਨਹੀਂ ਜ਼ੁਬਾਨ ਖੋਲ ਰਹੇ, ਇਸ ਇੰਟਰਨੈਸ਼ਨਲ ਮੁੱਦੇ ਤੇ ਕਿਸੇ ਨੇ ਗੱਲ ਨਹੀਂ ਕੀਤੀ, ਲੇਕਿਨ ਉਹ ਇਹਦੇ ਵਿੱਚੋਂ ਸਿਆਸੀ ਜਿਹੜੀ ਸਥਾਨਕ ਸਿਆਸਤ ਆ ਉਹਨੂੰ ਜ਼ਰੂਰ ਵੇਖ ਰਿਹਾ ਵੀ ਇਹ ਕਿਵੇਂ ਹੋਊਗੀ, ਕੀ ਹੋਊਗੀ, ਜਾਂ ਇਹਦੇ ਵਿੱਚ ਹੁਣ ਤਬਦੀਲੀ ਕੀ ਆ ਸਕਦੀ ਆ। ਅਕਾਲੀ ਦਲ ਜਦੋਂ ਪਾਵਰ 'ਚ ਨਹੀਂ ਹੁੰਦਾ ਨਾ, ਉਦੋਂ ਨਾਰਮਲੀ ਠੀਕ ਲਾਈਨ ਲੈਂਦੇ ਹੁੰਦੇ ਆ। ਹੁਣ ਵੀ ਕੰਪੈਰੀਟਿਵਲੀ ਉਹਨਾਂ ਨੇ ਠੀਕ ਲਾਈਨ ਲਈ ਹੈ। ਸੋ ਕਾਂਗਰਸ ਟ੍ਰੈਡੀਸ਼ਨਲ ਜਿਹੜੀ ਪੰਜਾਬ ਦੇ ਬਾਰੇ ਪਰਸੈਪਸ਼ਨ ਹੈ, ਖਾਸ ਕਰਕੇ ਮਿਲੀਟੈਂਸੀ ਜਾਂ ਰੈਡੀਕਲ ਪੋਲਿਟਿਕਸ ਦੇ ਸੰਬੰਧ, ਮੈਂ ਮਿਲੀਟੈਂਸੀ ਨਹੀਂ ਕਹਿੰਦਾ, ਰੈਡੀਕਲ ਪੋਲਿਟਿਕਸ ਦੇ ਸੰਬੰਧ ਦੇ ਵਿੱਚ ਪੰਜਾਬ ਦੀਆਂ ਪਾਰਟੀਆਂ ਜਿਸ ਢੰਗ ਦੇ ਨਾਲ ਰਿਐਕਟ ਕਰਦੀਆਂ, ਉਹ ਸਾਰਾ ਉਸ ਢੰਗ ਦੇ ਨਾਲ ਹੀ ਹੋ ਰਿਹਾ। ਚੇਂਜ ਸਿਰਫ ਅਕਾਲੀ ਦਲ ਦੀ ਪਾਵਰ ਦੇ ਵਿੱਚ ਹੋਣ ਤੇ ਨਾ ਬਾਹਰ ਹੋਣ ਦੇ ਵਿੱਚ ਜਿਹੜਾ ਫਰਕ ਹੈ, ਮੈਂ ਸਿਰਫ ਉਹਦਾ ਜ਼ਿਕਰ ਕਰ ਰਿਹਾ। ਬਾਕੀ ਟ੍ਰੈਡੀਸ਼ਨਲ ਢੰਗ ਨਾਲ ਉਸ ਤਰ੍ਹਾਂ ਹੀ ਇਹ ਦੇਖ ਰਹੇ। ਹੁਣ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਦੇਖੀਏ ਕਿ ਬੀਜੇਪੀ ਦਾ ਸਾਰਾ ਜ਼ੋਰ ਲੱਗਿਆ ਸੀ ਪੰਜਾਬ ਦੇ ਵਿੱਚ ਐਕਸਪੈਂਡ ਕਰਨ ਦੇ ਵਿੱਚ, ਕਿ ਇਸ ਤੋਂ ਬਾਅਦ ਬੀਜੇਪੀ ਪੰਜਾਬ ਵਿੱਚ ਐਕਸਪੈਂਡ ਕਰ ਸਕਦੀ ਹੈ, ਕਿ ਹੁਣ ਜਿਹੜੇ ਬੀਜੇਪੀ ਦੇ ਸਿੱਖ ਲੀਡਰ ਹੈ ਇਸ ਤੋਂ ਬਾਅਦ ਖੁੱਲ੍ਹ ਕੇ ਗੱਲ ਕਰ ਸਕਦੇ ਆ ਸਿੱਖਾਂ ਦੇ ਵਿੱਚ ਜਾ ਕੇ, ਫੀਲਡ ਦੇ ਵਿੱਚ ਜਾ ਕੇ। ਇਹ ਪਿੰਡਾਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਉਹਨਾਂ ਵਾਸਤੇ ਉਹ ਦਰਵਾਜ਼ਾ ਤਾਂ ਬੰਦ ਹੋ ਗਿਆ ਇਹਦੇ ਨਾਲ ਜੀ ਸਿੱਧਾ। ਤੇ ਜੇ ਅਕਾਲੀ ਦਲ ਹੁਣ ਵੀ ਬੀਜੇਪੀ ਦੇ ਨਾਲ ਜਾਣ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਵਿੱਚ ਨੁਕਸਾਨ ਅਕਾਲੀ ਦਲ ਦਾ ਹੀ ਹੋਏਗਾ। ਜੀ ਉਸ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਦੇ ਕੋਲੇ ਕੋਈ ਰਸਤਾ ਹੀ ਹੈ ਨਹੀਂ ਕਿ ਇਹ ਇੰਡੀਪੈਂਡੈਂਟ ਜਾਂ ਬੀਐਸਪੀ ਨਾਲ, ਇਹਨਾਂ ਦਾ ਆਲਰੇਡੀ ਹੈਗਾ, ਸੋ ਬੀਐਸਪੀ ਨਾਲ ਕੰਟੀਨਿਊ ਕਰਨ। ਉਹਦੇ ਵਿੱਚ ਫਾਇਦਾ ਕਿਹਨੂੰ ਹੁੰਦਾ, ਕਿਹਨੂੰ ਨੁਕਸਾਨ ਹੁੰਦਾ ਹੈ, ਗੱਲ ਉਹ ਬਿਲਕੁਲ ਡਿਫਰੈਂਟ ਹੈ, ਕਿਉਂਕਿ ਉਹਦੇ ਵਿੱਚ ਅਕਾਲੀ ਦਲ ਦਾ ਰਿਵਾਈਵਲ ਵੀ ਇਨਵੋਲਵ ਹੈ। ਸੋ ਜਦ ਤੱਕ ਅਕਾਲੀ ਦਲ ਦੀ ਰਿਵਾਈਵਲ ਨਹੀਂ ਹੁੰਦੀ, ਉਦੋਂ ਤੱਕ ਇਹਦਾ ਇੰਪੈਕਟ ਜਿੱਤ ਹਾਰ ਤੇ ਕੀ ਪੈਂਦਾ ਜਾਂ ਅਕਾਲੀ ਦਲ ਦਾ ਆਪਣਾ ਕਿੰਨਾ ਫਾਇਦਾ ਹੁੰਦਾ ਹੈ, ਉਹ ਕਹਿਣਾ ਮੁਸ਼ਕਲ ਹੈ। ਲੇਕਿਨ ਜੇ ਕਾਂਗਰਸ ਤੇ ਬੀਜੇਪੀ ਆਪਸ ਸੀਟਾਂ ਵੰਡ ਲੈਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਕਿ ਸਿਚੁਏਸ਼ਨ ਬਹੁਤੀ ਮਾੜੀ ਨਹੀਂ ਰਹਿ ਸਕਦੀ ਉਸ ਤੋਂ ਬਾਅਦ, ਕਿਉਂਕਿ ਜਿਹੜੀ ਗੱਲ ਮੈਂ ਬੇਸਿਕ ਕਰ ਰਿਹਾ, ਅਕਾਲੀ ਦਲ ਦੀ ਗੱਲ ਇਸ਼ੂ ਰਿਵਾਈਵਲ ਦੀ ਹੈ ਔਰ ਟਾਈਮ ਬੜਾ ਘੱਟ ਹੈ ਹਾਲੇ ਰਿਵਾਈਵਲ ਦੇ। ਇਹਨਾਂ ਦੇ ਮੈਨੂੰ ਚਾਂਸਸ ਲੱਗ ਨਹੀਂ ਰਹੇ। ਕੱਲ੍ਹ ਨੂੰ ਸਿਚੁਏਸ਼ਨ ਬਦਲ ਜਾਏ, ਚੰਗੀ ਗੱਲ ਹੈ। ਮੈਨੂੰ ਕਿਸੇ ਨੇ ਬੜੀ ਇੰਟਰਸਟਿੰਗ ਇਹ ਤੇ ਗੱਲ ਕੀਤੀ ਸੀ, ਤੁਹਾਡੇ ਵਰਗੇ ਕਿਸੇ ਦੋਸਤ ਨੇ, ਉਹ ਕਹਿੰਦੇ ਵੀ ਸਮੱਸਿਆ ਕਿੱਥੇ ਖੜੀ ਹੈ। 2022 ਦੇ ਵਿੱਚ ਕਹਿੰਦੇ ਕੀ ਹੋਇਆ ਸੀ, ਲੋਕਾਂ ਦਾ ਜਿਹੜੀ ਪਰਸੈਪਸ਼ਨ ਹੈ ਪੰਜਾਬ ਬਾਰੇ ਉਹਦੀ ਗੱਲ ਕਰ ਰਹੇ ਸੀ। ਉਹ ਦੋਸਤ ਗ੍ਰਾਸ ਰੂਟ ਤੇ ਵੱਜਿਆ ਹੋਇਆ ਤੇ ਬਠਿੰਡਾ ਜ਼ਿਲ੍ਹੇ ਤੋਂ ਹੀ, ਉਹ ਕਹਿੰਦੇ ਵੀ ਕਾਂਗਰਸ ਦੇ ਬਾਰੇ ਤਾਂ ਲੋਕਾਂ ਦਾ ਗੁੱਸਾ ਸੀ ਤੇ ਅਕਾਲੀਆਂ ਦੇ ਨਾਲ ਬਾਰੇ ਨਫ਼ਰਤ ਹੈ। ਜਿਹੜੇ 10 ਸਾਲ ਜਿਸ ਤਰੀਕੇ ਨਾਲ ਇਹਨਾਂ ਦਾ ਬਿਹੇਵੀਅਰ ਰਿਹਾ ਉਹਦੇ ਚੋਂ ਨਫ਼ਰਤ ਨਿਕਲੀ ਸੀਗੀ। ਅਕਾਲੀ ਦਲ ਦੇ ਆਪਣੇ ਕਾਂਗਰਸ ਬਾਰੇ ਗੁੱਸਾ ਸੀ। ਸੋ ਦੋਵਾਂ ਗੱਲਾਂ ਦੇ ਵਿੱਚ ਫਰਕ ਹੈ। ਜਦ ਤੱਕ ਨਿਊਟਰਲਾਈਜ਼ ਨਹੀਂ ਹੁੰਦੀ ਉਹ ਸਿਚੁਏਸ਼ਨ, ਉਦੋਂ ਤੱਕ ਅਕਾਲੀ ਦਲ ਰਿਵਾਈਵ ਨਹੀਂ ਹੁੰਦਾ ਤੇ ਬੇਸਿਕ ਇਸ਼ੂ ਅਕਾਲੀ ਦਲ ਦਾ ਇੱਥੇ ਫਸਿਆ ਹੈ। ਜੀ ਸਰਦਾਰ ਹਰਮੀਤ ਸਿੰਘ ਜੀ, ਥੋੜੀ ਦੇਰ ਪਹਿਲਾਂ ਇੱਕ ਖਬਰ ਜਿਹੜੀ ਫਲੈਸ਼ ਹੋ ਰਹੀ ਸੀਗੀ ਕਿ ਬੀਜੇਪੀ ਦੇ ਅਬੋਹਰ ਤੋਂ ਆਗੂ
ਸਾਬਕਾ ਐਮਐਲਏ ਅਰੁਣ ਨਾਰੰਗ, ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਭਗਵੰਤ ਮਾਨ ਉਹਨਾਂ ਨੂੰ ਸ਼ਾਮਲ ਕਰਾ ਰਹੇ ਸੀ, ਉਹ ਫੋਟੋਆਂ ਨਸ਼ਰ ਹੋਈਆਂ। ਚੀਜ਼ਾਂ ਬਦਲਣਗੀਆਂ ਪੰਜਾਬ ਦੇ ਵਿੱਚ, ਹਰ ਦਿਨ ਪੋਲਿਟਿਕਸ ਬਦਲੇਗੀ। ਪਰ ਮੈਂ ਤੁਹਾਡਾ ਜਿਹੜਾ ਇਹ ਇੰਟਰਨੈਸ਼ਨਲ ਸੰਦਰਭ ਵਿੱਚ ਖੇਤਰੀ ਪੋਲਿਟਿਕਸ ਡਿਸਕਸ ਹੋ ਰਹੀ ਆ, ਲੀਡਰਾਂ ਦੇ ਵਿੱਚ ਆਪਸ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ, ਇਸ ਨਜ਼ਰੀਏ ਤੋਂ ਤੁਹਾਡਾ ਵਿਊ ਪੁਆਇੰਟ ਸਮਝਣਾ ਚਾਹੁੰਦਾ ਹੈ ਕਿ ਜੋ ਮਰਜ਼ੀ ਸਿਚੁਏਸ਼ਨ ਹੋਵੇ, ਕੱਲ ਨੂੰ ਕੀ ਹੁੰਦਾ, ਇਹਦੇ ਵਿੱਚ ਇਹਦਾ ਆਊਟਕਮ ਕੀ ਹੈ, ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਆ, ਕਿਸ ਤਰੀਕੇ ਨਾਲ ਇਹ ਜਾਂਚਾਂ ਨਸ਼ਰ ਹੁੰਦੀਆਂ ਵੀ ਕਿ ਨਹੀਂ ਹੁੰਦੀਆਂ, ਜਾਂ ਪੋਲਿਟਿਕਸ ਹੀ ਹੁੰਦੀ ਰਹਿੰਦੀ ਆ। ਲੇਕਿਨ ਬੀਜੇਪੀ ਤੇ ਅਕਾਲੀ ਦਲ ਹੁਣ ਸਮਝੌਤੇ ਤੇ ਜਿਹੜੀ ਬਹੁਤ ਰੱਸਾਕਸ਼ੀ ਹੋ ਰਹੀ ਸੀ, ਜ਼ੋਰ ਲੱਗ ਰਿਹਾ ਸੀ, ਉਹਨੂੰ ਸਟਾਪ ਲੱਗ ਗਿਆ। ਇੱਕ ਤਰ੍ਹਾਂ ਨਾਲ ਇੰਜ ਲੱਗ ਰਿਹਾ ਮੁੱਢਲੇ ਤੌਰ ਤੇ ਲੀਡਰਾਂ ਦੀਆਂ ਗੱਲਾਂ ਤੋਂ, ਭਾਵੇਂ ਕਿ ਚੰਦੂਮਾਜਰਾ ਸਾਹਿਬ ਦੀ ਇੱਕ ਸਟੇਟਮੈਂਟ ਅੱਜ ਨਸ਼ਰ ਹੋਈ ਸੀਗੀ ਕਿ ਅਸੀਂ ਉਹਨਾਂ ਨਾਲ ਸਮਝੌਤਾ ਕਰ ਸਕਦੇ ਹਾਂ, ਪਰ ਜਿਹੜੀ ਜ਼ਮੀਨੀ ਧਰਾਤਲ ਤੇ ਖੜੀ ਗੱਲ ਆ ਉਹਨੂੰ ਵੇਖ ਕੇ ਮੈਂ ਤੁਹਾਡਾ ਆਪਣਾ ਜਿਹੜਾ ਵਿਅਕਤੀਗਤ ਨਜ਼ਰੀਆ ਉਹ ਸਮਝਣਾ ਚਾਹੁੰਦਾ। ਮੈਨੂੰ ਲੱਗਦਾ ਇਹ ਨੈਸ਼ਨਲ ਸਿਆਸਤ ਤੈਅ ਕਰੂਗੀ, ਇਹ ਸਾਰੇ ਗੱਲ ਨੂੰ, ਕੱਲਾ ਰੀਜਨਲ ਸਿਆਸਤ ਨਹੀਂ ਤੈਅ ਕਰੂਗੀ। 13 ਸੀਟਾਂ ਕਿੰਨੀਆਂ ਕੁ ਮੈਟਰ ਕਰਦੀਆਂ ਨੇ, ਅਲੱਗ ਗੱਲ ਹੈ। ਔਰ ਜੇ ਇਸ ਇੰਟਰਨੈਸ਼ਨਲ ਮਾਮਲੇ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਕਿ ਓਵਰਆਲ ਗਲੋਬਲ ਲੈਵਲ ਤੇ ਪ੍ਰਧਾਨ ਮੰਤਰੀ ਦਾ ਕੱਦ ਜਿਹੜਾ ਹੈ ਉਹ ਘਟ ਰਿਹਾ ਕਿਸੇ ਨਾ ਕਿਸੇ ਰੂਪ 'ਚ, ਜਦੋਂ ਇਸ ਐਲੀਗੇਸ਼ਨ ਜਿਹੜੇ ਨੂੰ ਉਹ ਗਲੋਬਲ ਨੂੰ ਵੱਡਾ ਉਭਾਰ ਰਹੇ ਸੀ ਕਿ ਅਸੀਂ ਸੁਪਰ ਪਾਵਰ ਬਣ ਰਹੇ ਹਾਂ ਦੁਨੀਆ ਦੇ ਵਿੱਚ, ਤਾਂ ਉਹ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਫਾਇਦਾ ਵੀ ਦੇਖ ਰਹੀ ਹੈ ਬੀਜੇਪੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਖਾਲਿਸਤਾਨ ਤੇ ਫੋਕਸ ਹੁੰਦਾ ਹੈ, ਖਾਲਿਸਤਾਨੀ ਗੱਲਾਂ ਤੇ ਸਟੈਂਡ ਲੈ ਕੇ, ਇਦੋਂ ਪਹਿਲਾਂ ਜਿਵੇਂ ਕਾਂਗਰਸ ਨੇ ਸਿੱਖ ਰੈਡੀਕਲ ਸਟਰਗਲ ਨੂੰ ਉਹ ਕੀਤਾ, ਉਹ ਸਾਰੀ ਹਿੰਦੀ ਬੈਲਟ 'ਚ ਬੀਜੇਪੀ ਨੂੰ ਲੱਗਦਾ ਕਿ तमाम ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਕੰਸੋਲੀਡੇਟ ਹੋ ਰਹੀ ਹੈ ਵੋਟ, ਫਿਰ ਉਹ ਨਹੀਂ ਕਰੇਗੀ ਅਕਾਲੀ ਦਲ ਨਾਲ ਪੰਜਾਬ ਦੇ ਵਿੱਚ, ਚੌਂਕ ਚਾਹਤ ਦੇ ਤੌਰ ਤੇ ਵੀ ਨਹੀਂ ਕਰੇਗੀ। ਬਾਅਦ 'ਚ ਦੇਖ ਲਾਂਗੇ ਜੋ ਕੁਝ ਹੋਏਗਾ ਪਾਰਲੀਮੈਂਟ ਤੋਂ ਬਾਅਦ, ਪਹਿਲਾਂ ਨਹੀਂ ਕਰੇਗੀ। ਇਸ ਕਰਕੇ ਕੱਲਾ ਇਹਦਾ ਕੁਐਸਚਨ ਨਹੀਂ ਹੈ, ਸਭ ਤੋਂ ਬੜਾ ਪਲੇਅਰ ਬੀਜੇਪੀ ਆ ਜੇ 2024 ਦੀਆਂ ਇਲੈਕਸ਼ਨਾਂ ਦੇ ਵਿੱਚ, ਔਰ ਉਹਦੀ ਸਟ੍ਰੈਟਜੀ ਜਿਹੜੀ ਹੈ, ਜਿਹੜਾ ਸਟਾਂਸ ਉਹ ਲੈ ਰਹੀ ਹੈ, ਇਸ ਕਾਸਟ ਤੇ ਵੀ ਲੈ ਰਹੀ ਹੈ ਕਿ ਸਾਡਾ ਓਵਰਆਲ ਇਮੇਜ ਦਾ ਜਾਂ ਬਾਕੀ ਦਾ ਕੀ ਸਵਾਲ ਬਣਦਾ ਹੈ। ਇੱਕ ਪਾਸੇ ਅਸੀਂ ਹੁਣ ਤੱਕ ਇਹ ਕਹਿ ਰਹੇ ਹਾਂ, ਬੀਜੇਪੀ ਦਾ ਇੱਕ ਸਟਾਂਸ ਰਿਹਾ ਲਗਾਤਾਰ ਕਿ ਸਿੱਖਾਂ ਨੂੰ ਤਾਂ ਉਹ ਨੇੜੇ ਲਾਉਣਾ ਚਾਹੁੰਦੀ ਹੈ। ਦੇਖੋ ਜੀ, ਸਿੱਖਾਂ ਬਾਰੇ ਪ੍ਰਧਾਨ ਮੰਤਰੀ ਦਾ ਕਿਤਾਬ 'ਚ ਆਇਆ ਹੈ, ਵੱਡੇ ਵੱਡੇ ਸਿੱਖ ਬੰਦੇ ਜਿਹੜੇ ਵੱਖ-ਵੱਖ ਅਹੁਦਿਆਂ ਤੋਂ ਰਿਟਾਇਰ ਜਾਂ ਬਾਕੀ ਨੇ, ਉਹਨਾਂ ਨਾਲ ਪ੍ਰਧਾਨ ਮੰਤਰੀ ਚਾਹ ਪੀਂਦੇ ਨੇ, ਖਾਣਾ ਖਾਂਦੇ ਨੇ। ਸਿੱਖ ਚਿਹਰਿਆਂ ਨੂੰ ਬੁਲਾ ਕੇ ਬੀਜੇਪੀ ਦੇ ਵਿੱਚ ਸ਼ਾਮਲ ਕਰਨ ਦਾ ਦੌਰ ਸੀ, ਪਰ ਸਟ੍ਰੈਟਜੀਕਲੀ ਜਿਹੜਾ ਇਦੋਂ ਉਲਟ ਐਂਗਲ ਜਿਹੜਾ ਲੈਣ ਦੀ ਗੱਲ ਹੈ, ਜਿਹੜੇ ਦੋ ਐਂਗਲ ਨੇ ਡਿਫਰੈਂਟ, ਉਹਦੇ 'ਚ ਜਿਹਦੇ 'ਚ ਕਲੈਰਿਟੀ ਨਹੀਂ ਹੈ, ਜਿਹਦੇ 'ਚੋਂ ਇੱਕ ਗੱਲ ਕਲੀਅਰ ਕੱਟ ਨਜ਼ਰ ਆਉਂਦੀ ਹੈ ਕਿ ਜਿਹੜਾ ਮਿਨੋਰਟੀਜ਼ ਪ੍ਰਤੀ ਅਪਰੋਚ ਹੈ ਉਹ ਟੈਕਟੀਕਲੀ ਬਦਲੀ ਜਾ ਸਕਦੀ ਹੈ ਮਾੜੀ ਮੋਟੀ ਇੱਧਰ ਉੱਧਰੋਂ, ਪਰ ਪਰਮਾਨੈਂਟ ਅਪਰੋਚ ਉਸੇ ਡਾਇਰੈਕਸ਼ਨ 'ਚ ਜਾਂਦੀ ਹੈ। ਜਦੋਂ ਤੁਸੀਂ ਮੈਜੋਰਿਟੇਰੀਅਨ ਦੀ ਪੋਲਿਟਿਕਸ ਕਰਦੇ ਹੋ, ਬਹੁਗਿਣਤੀਵਾਦ ਦੀ ਰਾਜਨੀਤੀ ਕਰਦੇ ਹੋ, ਤਾਂ ਤੁਸੀਂ ਤੋਲਦੇ ਹੋ ਉਹ ਚੈਸ ਦੇ ਉਹਨਾਂ ਦੇ ਵਾਂਗ ਵੀ ਹੁਣ ਕਿਹੜਾ ਮੋਹਰਾ ਚੱਲਣਾ ਤੇ ਕਿਹੜਾ ਮੋਹਰਾ ਕਦੋਂ ਕੰਮ ਦਿੰਦਾ। ਸਾਡਾ ਪੋਲੀਟੀਸ਼ੀਅਨ ਜਦੋਂ ਸਾਡੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੋਟ ਤੋਂ ਹੀ ਤੈਅ ਕਰਦੇ ਹਾਂ, ਅਸੀਂ ਬਾਕੀ ਪੋਲਿਟਿਕਸ ਛੱਡ ਦਿੰਦੇ ਹਾਂ, ਕਿਉਂਕਿ ਨਾ ਸਾਡੇ ਕੋਲ ਡੈਮੋਕ੍ਰੈਟਿਕ ਵੈਲਿਊ ਸਿਸਟਮ ਬਚਿਆ, ਨਾ ਸਾਡੇ ਕੋਲ ਵੋਟਾਂ ਦੇ ਚੋਣ ਲੜਨ 'ਚ ਇਮਾਨਦਾਰੀ ਬਚੀ ਹੈ, ਨਾ ਸਾਡੇ ਕੋਲ ਵੈਸੇ ਅਖਲਾਕ ਦੀ ਗੱਲ ਹੈ ਕਿ ਐਥਿਕਸ ਦੀ ਗੱਲ ਹੈ ਕਿ ਜਿੰਨੇ ਮਰਜ਼ੀ ਐਲੀਗੇਸ਼ਨ ਲੱਗ ਜਾਣ ਤੇ ਅਸੀਂ ਕੋਈ ਅਹੁਦਾ ਵੀ ਦੇਖਣਾ ਬਾਕੀ ਵੀ ਦੇਖਣਾ, ਉਹ ਤਾਂ ਬਚਿਆ ਨਹੀਂ। ਇਸ ਲਈ ਇੰਡੀਆ ਦੇ ਅੰਦਰ ਤੇ ਪੰਜਾਬ ਦੇ ਅੰਦਰ ਅਸੀਂ ਕੇਵਲ ਵੋਟ ਦੇਖਦੇ ਹਾਂ, ਵੋਟ ਦਾ ਫਾਇਦਾ ਤੇ ਨੁਕਸਾਨ, ਬਾਕੀ ਚੀਜ਼ਾਂ ਬੰਦ ਕਰ ਗਏ ਦੇਖਣੀਆਂ, ਔਰ ਜਿਹਦੇ ਕਰਕੇ ਇਹ ਸਾਡੇ ਲਈ ਲਾਸ ਹੁੰਦਾ ਜਾ ਰਿਹਾ ਉਸ ਪੱਧਰ ਦੇ ਉੱਤੇ। ਇਸ ਲਈ ਸਾਨੂੰ ਇਸ ਇੰਟਰਨੈਸ਼ਨਲ ਮੁੱਦੇ ਦੇ ਨੈਸ਼ਨਲ ਕੰਟੈਕਸਟ ਨੂੰ ਦੇਖਣਾ ਪਏਗਾ ਸਭ ਤੋਂ ਬੜਾ। ਉਹਦੇ ਵਿੱਚ ਪੰਜਾਬ ਫਸਿਆ ਹੋਇਆ, ਦੋ ਧਰਾਵਾਂ ਦੇ ਵਿੱਚ ਫਸ ਚੁੱਕਿਆ ਇਸ ਸਮੇਂ। ਉਹ ਕੀ ਸਟੈਂਡ ਲੈਂਦਾ ਹੈ? ਸਿੱਖ ਇੱਕ ਬਹੁਤ ਛੋਟੀ ਮਿਨੋਰਿਟੀ ਹੈ ਜਿਹੜੀ ਵੋਟਾਂ 'ਚ ਨਹੀਂ ਪ੍ਰਭਾਵਿਤ ਕਰਦੀ ਕਿਤੇ ਵੀ ਜਾ ਕੇ ਤੁਹਾਨੂੰ ਉਸ ਪੱਧਰ ਦੇ ਉੱਤੇ, ਪਰ ਤੁਹਾਡੇ ਕੰਟਰੀ ਦੀ ਬੇਚੈਨੀ ਨੂੰ, ਆਪਣੀ ਬੇਚੈਨੀ ਦੇ ਰਾਹੀਂ ਤੁਹਾਡੇ ਓਵਰਆਲ ਗਲੋਬਲ ਸੀਨ ਨੂੰ ਉਹਨੂੰ ਪ੍ਰਭਾਵਿਤ ਕਰਦੀ ਹੈ। ਤੁਹਾਡੇ ਪੋਲੀਟੀਸ਼ੀਅਨ ਦਾ ਦਾਇਰਾ ਕੱਲੇ ਵੋਟ 'ਚ ਜਿੱਤਣ ਤੋਂ ਬਾਹਰ ਜਾਏਗਾ ਜਾਂ ਨਹੀਂ ਜਾਏਗਾ? ਜੇ ਨਹੀਂ ਜਾਏਗਾ ਤਾਂ ਇਹ ਕਮਿਊਨਿਟੀ ਨੂੰ ਤਿਆਰ ਰਹਿਣਾ ਚਾਹੀਦਾ ਦੁਬਾਰੇ ਸਫਰਿੰਗ ਦੇ ਵਾਸਤੇ ਤੇ ਵੱਖ-ਵੱਖ ਮਾਮਲਿਆਂ ਦੇ ਵਾਸਤੇ। ਇੱਕ ਐਟੀਟਿਊਡ ਦਾ ਮਾਮਲਾ ਹੈ ਜੋ ਸਿੱਖਾਂ ਪ੍ਰਤੀ ਬਣਿਆ ਸੀ ਕਿਸਾਨ ਅੰਦੋਲਨ ਤੋਂ ਬਾਅਦ, ਜੋ ਸੁਧਰਿਆ ਹੈ ਇੱਕ ਅਕਸ ਪੂਰੇ ਕੰਟਰੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ, ਇੱਕ ਪਛਾਣ ਤੇ ਇੱਕ ਕ੍ਰੈਡੀਬਿਲਿਟੀ ਤੇ ਇੱਕ ਭਰੋਸਾ ਪੈਦਾ ਹੋਇਆ ਸਾਰੇ ਲੋਕਾਂ ਦੇ ਵਿੱਚ ਵੀ, ਐਜ ਏ ਲੀਡਰਸ਼ਿਪ ਵੀ ਤੇ ਐਜ ਏ ਬਾਕੀ ਵੀ। ਕਿਤੇ ਉਹਦੇ 'ਚ ਡੈਂਟ ਪੈਣ ਤਾਂ ਨਹੀਂ ਜਾ ਰਿਹਾ ਆਉਣ ਵਾਲੇ ਸਮੇਂ 'ਚ? ਹਜੇ ਤਾਂ ਹਮਲਾ ਹੋਣਾ ਹੈ, ਹਮਲਾ ਜੇ ਹੋਇਆ ਨਹੀਂ, ਇਹ ਸ਼ੁਰੂਆਤੀ ਦੌਰ ਹੈ। ਔਰ ਜਦੋਂ ਨੈਸ਼ਨਲ ਮੀਡੀਆ, ਜਿਹੜਾ ਟੋਟਲ ਮੀਡੀਆ, ਕੰਟਰੋਲਡ ਮੀਡੀਆ ਵੱਡੇ ਪੱਧਰ ਦੇ ਉੱਤੇ ਜਦੋਂ ਹਮਲੇ ਹੋਣਗੇ ਤਾਂ ਉਹ ਕਾਊਂਟਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਉਸ ਮਾਮਲੇ ਦੇ ਵਿੱਚ। ਤੁਸੀਂ ਨਹੀਂ ਖੜ ਪਾਉਂਦੇ ਉਹ ਸਾਰੇ ਸਿਸਟਮ ਦੇ ਵਿੱਚ। ਇੱਕ ਤਾਂ ਉਹ ਐਂਗਲ ਹੈ ਪੰਜਾਬ ਦੀ ਪੋਲਿਟਿਕਸ ਦਾ, ਜਿਹੜੇ ਨੂੰ ਮਾਈਨਸ ਕਰਕੇ ਪੰਜਾਬ ਦੀ ਜੋੜ ਤੋੜ ਨਹੀਂ ਦੇਖੀ ਜਾ ਸਕਦੀ। ਦੂਜੀ ਗੱਲ ਇਹ ਫਿਰ ਤੈਅ ਉਹ ਕਰੇਗੀ। ਦੂਜੀ ਗੱਲ ਪੰਜਾਬ ਦੇ ਵਿੱਚ ਹੈ, ਪੰਜਾਬ ਦੇ ਕਾਂਗਰਸੀ ਤਾਂ ਪਹਿਲਾਂ ਤੋਂ ਕਹਿ ਰਹੇ ਨੇ, ਮੈਜੋਰਿਟੀ ਕਾਂਗਰਸੀ ਐਮਪੀਆਂ ਨੂੰ ਕੱਲਿਆਂ ਨੂੰ ਛੱਡ ਕੇ ਕਿ ਆਪ ਨਾਲ ਰਹਾਂਗੇ, ਸਾਡਾ ਨੁਕਸਾਨ ਹੈ। ਹੋ ਗਏ ਕਿ ਮੇਨ ਆਪੋਜੀਸ਼ਨ ਸੀ, ਤੁਸੀਂ ਇਕੱਠੇ ਹੋ ਗਏ ਹੋ, ਤੁਹਾਡੇ ਬੰਦਿਆਂ ਤੇ ਪਰਚੇ ਵੀ ਹੋ ਰਹੇ ਨੇ, ਸਾਰਾ ਕੁਝ ਹੋ ਰਿਹਾ ਉਸ ਲੈਵਲ ਤੇ।
ਜਿਹੜਾ ਆਮ ਆਦਮੀ ਪਾਰਟੀ ਚ ਅਬੋਹਰ ਵਾਲਾ ਬੰਦਾ ਗਿਆ, ਉਹ ਤਾਂ ਜਦੋਂ ਜਾਖੜ ਨੂੰ ਪ੍ਰਧਾਨ ਬਣਾਤਾ ਉਦੋਂ ਹੀ ਬਾਗੀ ਸੀਗਾ, ਤੇ ਉਦੋਂ ਉਹਨੇ ਐਲਾਨ ਕਰਤਾ ਸੀ ਕਿ ਮੈਂ ਨਹੀਂ ਆ ਤੁਹਾਡੇ ਨਾਲ ਜੇ ਤੁਸੀਂ ਐ ਲਿਆਉਣਾ, ਕਿਉਂਕਿ ਉਹ ਹਮੇਸ਼ਾ ਹੀ ਉਹ ਲੜਾਈ ਜਿਹੜੀ ਬੀਜੇਪੀ ਦੇ ਨਾਲ ਉਹਨਾਂ ਨੂੰ ਹਰਾ ਕੇ ਜਿੱਤੇ ਸੀ, ਉਹ ਡੋਮੈਸਟਿਕ ਆਪਣੀ ਸੀਟ ਸ਼ੇਅਰਿੰਗ ਦਾ ਕੱਲਾ ਮਾਮਲਾ ਹੈ। ਉਹ ਐਡੇ ਵੱਡਾ ਨਾ ਉਹਨਾਂ ਦਾ ਕੱਦ ਹੈ ਨਾ ਅਪਰੋਚ ਦੇ ਤੌਰ ਤੇ ਕੋਈ ਉਧਰ ਆਏ ਨੇ। ਹੁਣ ਆਮ ਆਦਮੀ ਨੇ ਕਹਿਤਾ ਹੋਣਾ ਪਾਰਟੀ ਨੇ ਤੈਨੂੰ ਦੇ ਦਿਆਂਗੇ ਟਿਕਟ, ਕੋਈ ਗੱਲ ਨਹੀਂ। ਬਾਕੀ ਵੱਡੇ ਮਾਮਲੇ ਉਹ ਕਿਸੇ ਥਾਟ ਪ੍ਰੋਸੈਸ ਚੋਂ ਨਹੀਂ ਆਏ ਕਿ ਇੱਧਰ ਆ ਗਏ ਜਾਂ ਉਧਰ ਆ ਗਏ। ਇਸੇ ਕਰਕੇ ਇਹ ਜਿਹੜਾ ਇੱਕ ਕੁਐਸਚਨ ਹੈ ਹੁਣ ਸਾਈਕੀ ਦੇ ਤੌਰ ਤੇ, ਕੀ ਸਿੱਖ ਇੱਕ ਪਾਸੇ ਖੂੰਜੇ ਲਾ ਦਿੱਤੇ ਜਾਣਗੇ ਮੈਜੋਰਿਟੀ ਹੁਣ ਆ ਇੰਟਰਨੈਸ਼ਨਲ ਵਰਤਾਰੇ ਚੱਲਣ ਤੋਂ ਬਾਅਦ, ਜਾਂ ਲੱਗ ਜਾਣਗੇ ਥਾਟ ਪ੍ਰੋਸੈਸ ਉਧਰ ਜਾਏਗਾ। ਪੰਜਾਬ ਦੇ ਵਿੱਚ ਵੀ ਪੋਲਰਾਈਜੇਸ਼ਨ ਹੋਏਗੀ ਕਿ ਇੱਕ ਬੜੇ ਦੂਜੇ ਸੈਕਸ਼ਨ ਨੂੰ ਨਾਨ ਸਿੱਖ ਨੂੰ ਇਹ ਕਿਹਾ ਜਾਊਗਾ ਕਿ ਜੇ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਚੱਲਣਾ ਤੁਸੀਂ ਦਿੱਲੀ ਵੱਲ ਦੇਖੋ, ਤੁਸੀਂ ਇੱਧਰ ਕਿਉਂ ਚੱਲ ਰਹੇ ਹੋ, ਤੁਸੀਂ ਬਾਕੀ ਦਾ ਕਿਉਂ ਚੱਲ ਰਹੇ ਹੋ। ਇਹ ਤਾਂ ਫਿਰ ਉਹੀ 84 ਤੋਂ ਪਹਿਲਾਂ ਦੀ ਪੋਲਿਟਿਕਸ ਹੋਏਗੀ, ਨਵਾਂ ਤਾਂ ਕੁਝ ਨਹੀਂ ਹੋ ਰਿਹਾ। ਅਸੀਂ ਰਿਵਾਈਵਲ ਕਰ ਰਹੇ ਹਾਂ ਉਸ ਪੋਲਿਟਿਕਸ ਦਾ ਕਿਸੇ ਨਾ ਕਿਸੇ ਰੂਪ ਚ। ਜੇ ਇਹ ਨੈਰੇਟਿਵ ਪੰਜਾਬ ਚ ਸਿਰਜਿਆ ਜਾਣਾ ਹੈ ਕਿ ਕੈਨੇਡਾ ਨਾਲ ਭਾਰਤ ਦੇ ਰਿਲੇਸ਼ਨਾਂ ਨੂੰ ਲੈ ਕੇ, ਤਾਂ ਅਸੀਂ ਕੀ ਸਿੱਖਿਆ 84 ਤੋਂ, ਕੀ 80 ਤੋਂ ਤੇ ਬਾਕੀਆਂ ਤੋਂ ਸਿੱਖਿਆ ਕੁਝ ਨਹੀਂ। ਸਾਡੀ ਨੈਸ਼ਨਲ ਪੋਲਿਟਿਕਸ ਨੇ, ਮੈਂ ਲੋਕਲ ਪੋਲਿਟਿਕਸ ਦੀ ਗੱਲ ਨਹੀਂ ਕਰਦਾ, ਸਾਡੀ ਨੈਸ਼ਨਲ ਪੋਲਿਟਿਕਸ ਕਿੱਧਰ ਜਾਏਗੀ ਇਸ ਸਾਰੇ ਮਾਮਲੇ 'ਚ। ਸਾਡੀ ਡਿਬੇਟ ਦਾ ਮੁੱਦਾ ਨੈਸ਼ਨਲ ਪੋਲੀਟੀਕਲ ਏਜੰਡਾ ਹੋਣਾ ਚਾਹੀਦਾ ਕਿ ਅਸੀਂ ਆਪਣੀ ਮਿਨੋਰਿਟੀ ਨਾਲ ਕੀ ਕਰਨਾ, ਆਪਣੇ ਢੰਗ ਨਾਲ ਕਿਵੇਂ ਰੱਖਣਾ, ਉਹਨੂੰ ਭਰੋਸੇ 'ਚ ਕਿਵੇਂ ਲੈਣਾ ਔਰ ਕਿਸ ਢੰਗ ਨਾਲ ਪਾਵਰ ਸ਼ੇਅਰ ਕਰਨੀ ਹੈ। ਪਰ ਜਿਹੜੀ ਸੈਂਟਰਲਾਈਜੇਸ਼ਨ ਦੀ ਮਾਨਸਿਕਤਾ, ਉਹ ਪਾਵਰ ਸ਼ੇਅਰਿੰਗ ਦੀ ਮਾਨਸਿਕਤਾ ਨਹੀਂ ਹੈ ਕਦੇ ਵੀ, ਉਹ ਪਾਵਰ ਹੰਗਰੀ ਦੀ ਮਾਨਸਿਕਤਾ, ਪਾਵਰ ਬਣਾਉਣ ਦੀ ਮਾਨਸਿਕਤਾ ਹੈ। ਇਸੇ ਕਰਕੇ ਔਰ ਜਿਹੜੀ ਹੁਣ ਅਗਲੀ ਚੋਣ ਦੇ ਵਿੱਚ ਜੇਕਰ ਕੋਈ ਇਹ ਆਏਗਾ ਵੀ ਅਕਾਲੀ ਦਲ ਆਏ ਜਾਂ ਬਾਕੀ, ਪੰਜਾਬ ਦੀਆਂ ਚੋਣਾਂ ਨੂੰ ਹਮੇਸ਼ਾ ਹੀ NRI ਤੇ ਜਾਂ ਜਿਹੜੇ ਬਾਹਰ ਗਏ ਸਾਡੇ ਬੰਦੇ ਨੇ ਉਹ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਰਹੇ ਨੇ। ਖਾਸ ਤੌਰ ਤੇ ਆ ਪਿਛਲੇ 25-30 ਸਾਲ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਰਹੇ ਨੇ। ਉਹਦੇ ਚ ਪੈਸੇ ਦਾ ਵੀ ਇਨਵੋਲਵਮੈਂਟ ਹੁੰਦੀ ਹੈ, ਉਹਨਾਂ ਦੇ ਘਰਾਂ ਚੋਂ ਗਏ ਨੇ, ਉਹਨਾਂ ਦਾ ਆਪਣਾ ਇੱਕ ਡਾਇਰੈਕਟ ਸੰਬੰਧ ਵੀ ਹੁੰਦਾ ਔਰ ਉੱਥੇ ਦੀ ਜੋ ਮਾਨਸਿਕਤਾ ਬਣੇਗੀ ਉਹ ਕੀ ਮੈਸੇਜ ਦੇਣਗੇ ਆਪਣੇ ਇੱਥੇ ਦੇ ਵਸਿੰਦਿਆਂ ਨੂੰ ਜਿਹੜੇ ਪਿੱਛੇ ਰਹਿ ਗਏ ਭੈਣ ਭਰਾ ਜੋ ਵੀ ਨੇ, ਉਹ ਵੀ ਅਜੇ ਆਉਣੀ ਆ ਆਵਾਜ਼, ਉਹ ਅਜੇ ਤੱਕ ਆਵਾਜ਼ ਆਈ ਨਹੀਂ, ਉਹ ਕਿਹੜੀ ਆਵਾਜ਼ ਦੇਣਗੇ ਇਸ ਤੋਂ ਬਾਅਦ ਕੰਸੋਲੀਡੇਟ ਤੌਰ ਤੇ, ਉਹਦਾ ਅਸਰ ਵੀ ਸਾਡੀ ਪੋਲਿਟਿਕਸ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਏਗਾ। ਹਾਂ, ਸਾਡੇ ਕੋਲ ਵੈਕਿਊਮ ਹੈ, ਖਲਾ ਦੀ ਸਿਚੁਏਸ਼ਨ ਹੈ। ਖਲਾ ਦੀ ਸਿਚੁਏਸ਼ਨ ਦੇ ਵਿੱਚ ਮੇਰੇ ਖਿਆਲ ਹੈ ਪੰਜਾਬ ਦੇ ਵਿੱਚ ਬੇਸਿਕਲੀ ਜਿਹੜਾ ਪੰਥਕ ਦਾ ਸੈਕੂਲਰਿਜ਼ਮ ਦਾ ਪੰਥਕ ਸਾਈਡ ਦਾ ਤੇ ਨਾਲ ਪੰਥ ਦੀ ਇੱਕ ਸਰਬੱਤ ਦੇ ਭਲੇ ਦੀ ਮਾਨਸਿਕਤਾ ਦਾ ਕੁਐਸਚਨ ਹੈ, ਉਹਨੂੰ ਅੱਗੇ ਲੈ ਕੇ ਕਿ ਪੰਜਾਬ ਦੀ ਪਛਾਣ ਦੇ ਤੌਰ ਦੇ ਉੱਤੇ ਕੋਈ ਧਿਰ ਅੱਗੇ ਵੱਧ ਸਕਦੀ ਹੈ ਇੰਡੀਪੈਂਡੈਂਟਲੀ, ਅਜੇ ਉਹ ਮਾਈਨਸ ਹੈ। ਮੈਨੂੰ ਲੱਗਦਾ ਅਜੇ ਉਹ ਏਜੰਡੇ ਦੇ ਤੌਰ ਤੇ ਵਿਚਰ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਧਿਰ, ਉਹ ਇੱਕ ਕਲੀਅਰ ਕੱਟ ਏਜੰਡੇ ਦੇ ਤੌਰ ਤੇ ਜਿਹੜੀ ਇੰਟਰਨੈਸ਼ਨਲੀ ਵੀ ਕਲੀਅਰ ਕਰੇ ਕਿ ਉੱਥੇ ਕੀ ਮਾਮਲਾ ਹੈ, ਨੈਸ਼ਨਲ ਲੈਵਲ ਤੇ ਵੀ ਕਲੀਅਰ ਕਰੇ, ਇੱਥੇ ਉਹਦੇ ਦਾਇਰੇ 'ਚ ਏਜੰਡਾ ਲੈ ਕੇ ਜਾਵੇ। ਕੱਲਾ ਵੋਟ ਜਿੱਤਣ ਦਾ ਮਾਮਲਾ ਨਹੀਂ ਹੈ, ਜੇ ਉਹ ਹਾਰ ਵੀ ਜਾਊਗੀ ਸਰਕਾਰ ਕਿਸੇ ਦੀ ਵੀ ਬਣ ਜੇ ਤਾਂ ਪੰਜਾਬ ਬਚਾਉਣ ਦੇ ਵਾਲੇ ਪਾਸੇ ਤੁਰ ਸਕਦੀ ਹੈ। ਉਹ ਘੱਟ ਵੀ ਵੋਟ ਸੀਟਾਂ ਮਿਲ ਜਾਣਗੀਆਂ ਤਾਂ 24 ਚ ਕੋਈ ਬੜੀ ਗੱਲ ਨਹੀਂ, ਤਾਂ 27 ਤੱਕ ਪੰਜਾਬ ਕਿਸੇ ਟਰੈਕ ਤੇ ਚੜ ਸਕਦਾ। ਉਹਦੇ ਵਾਸਤੇ ਪਹਿਲਾਂ ਅਕਾਲੀ ਦਲ ਵਰਗੀ ਪਾਰਟੀ ਨੂੰ ਆਪਦਾ ਮੰਥਨ, ਅਜੇ ਤੱਕ ਅਜਲਾਸ ਹੀ ਨਹੀਂ ਹੋ ਰਿਹਾ ਪਾਰਟੀ ਦਾ, ਅੰਦਰ ਖਾਤੇ ਕੀ ਕਰਨਾ ਕੀ ਨਹੀਂ, ਕੋਈ ਸਟ੍ਰੈਟਜੀ ਨਹੀਂ। ਦੂਜੇ ਸਪਲਿੰਟਰ ਗਰੁੱਪ ਨੇ, ਉਹਨਾਂ ਦਾ ਕੋਈ ਗੱਲ ਨਹੀਂ। ਪੰਜਾਬ ਦੇ ਕਿਸੇ ਵੀ ਲੀਡਰਸ਼ਿਪ ਦਾ ਜਿਹੜੇ ਓਵਰਆਲ ਮੈਂਬਰ ਪਾਰਲੀਮੈਂਟ ਨੇ ਕਿਸੇ ਵੀ ਪਾਰਟੀ ਦੇ, ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਤੇ ਕਿਤੇ ਜਾ ਕੇ ਕੋਈ ਕੰਸੋਲੀਡੇਟ ਤਰੀਕੇ ਦਾ ਸਵਾਲ ਨਹੀਂ। ਮੈਨੂੰ ਲੱਗਦਾ ਅੱਜ ਦੀ ਘੜੀ ਪੰਜਾਬੀਆਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ, ਜਿਹੜੀ ਮਰਜ਼ੀ ਪਾਰਟੀ ਦੇ ਨੇ ਜਿਹੜੇ, ਜੇ ਉਹ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪੀਸ ਔਰ ਬਾਕੀ ਚਾਹੁੰਦੇ ਨੇ ਤਾਂ ਇਕਜੁੱਟ ਹੋ ਕੇ ਆਲ ਪਾਰਟੀ ਮੀਟਿੰਗ ਭਗਵੰਤ ਮਾਨ ਨੂੰ ਬਣਾਉਣੀ ਚਾਹੀਦੀ। ਚੀਫ ਮਿਨਿਸਟਰ ਕਿਉਂ ਨਹੀਂ ਇਸ ਗੱਲ ਤੇ ਇਨੀਸ਼ੀਏਟਿਵ ਲੈਂਦੇ, ਵੱਖ-ਵੱਖ ਜਾ ਕੇ ਮੱਧ ਪ੍ਰਦੇਸ਼ 'ਚ ਚੋਣਾਂ 'ਚ ਬੋਲ ਰਿਹਾ ਮੈਂ ਫਲਾਨਾ, ਔਰ ਤੁਹਾਡੇ ਲੋਕਾਂ ਤੇ ਇੱਕ ਲੈਵਲ ਦਾ ਨਵਾਂ ਇੱਕ ਪ੍ਰੋਬਲਮ ਖੜੀ ਹੋ ਗਈ ਆ ਕੇ ਜਿਹੜੇ ਇੱਥੇ ਵੀ ਨੇ ਤੇ ਉੱਥੇ। ਆਮ ਆਦਮੀ ਪਾਰਟੀ ਦਾ ਬਣੀ NRI ਚੋਂ ਸਭ ਤੋਂ ਪਹਿਲਾਂ ਇਹਦਾ ਸਕੋਪ ਹੀ ਉੱਥੇ ਉਹ ਚੱਲਿਆ। ਤੁਸੀਂ ਬਿਆਨ ਦੇਣ ਲਈ ਵੀ ਤਿਆਰ ਨਹੀਂ ਹੋ ਕੋਈ ਵੀ, ਤੁਹਾਡਾ ਕੀ ਬਣਦਾ, ਤੁਹਾਡਾ ਅਪਰੋਚ ਕੀ ਹੈ ਸਾਰੇ ਮਾਮਲੇ 'ਚ, ਕਿ ਚਾਹੁੰਦੇ ਕੀ ਹੋ ਤੁਸੀਂ ਕਿਸੇ ਨੂੰ। ਕਦੇ ਵੀ ਇਹ ਰਿਵਾਜ ਕਿਉਂ ਨਹੀਂ ਹੈ ਸਾਡੇ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਇੱਕ ਸਹਿਮਤੀ ਬਣਾ ਲਈਦੀ ਹੁੰਦੀ ਹੈ, ਪਾਰਟੀਆਂ ਦਾ ਮੀਟਿੰਗ ਬੁਲਾ ਲਈਦੀ ਹੁੰਦੀ ਹੈ ਤੇ ਮੀਟਿੰਗਾਂ ਦੇ ਵਿੱਚ ਕੋਈ ਕਾਮਨ ਪ੍ਰੋਗਰਾਮ ਨਿਕਲਣਾ ਚਾਹੀਦਾ, ਬਾਕੀ ਆਪਣੀ ਪਾਰਟੀ ਰੱਖੋ। ਤਾਂ ਜਦੋਂ ਲੀਡਰਾਂ ਦਾ ਕੱਦ ਇਸ ਪੱਧਰ ਦਾ ਹੋਏਗਾ, ਇਹ ਗੱਲਾਂ ਸੋਚਣੀਆਂ ਹੀ ਨਹੀਂ ਬੈਠ ਕੇ, ਟਾਈਮ ਹੀ ਨਹੀਂ ਦੇਣਾ ਇਹਨੂੰ, ਇੱਕ ਦਿਨ ਵੀ ਸਾਡੇ ਕੋਲ ਨਹੀਂ ਹੈ ਆਪਸਦਾਰੀ ਦੇ ਵਿੱਚ। ਕਿਸੇ ਇੱਕ ਪਾਰਟੀ ਨੇ ਮੀਟਿੰਗ ਬੁਲਾਈ, ਅਕਾਲੀ ਦਲ ਨੇ ਕੋਰ ਕਮੇਟੀ ਬੁਲਾਈ ਕਿ ਉਹ ਚਰਚਾ ਕਰ ਰਹੀ ਹੈ ਬੈਠ ਕੇ ਆਪਣਾ ਕੀ ਹੈ, ਕਿਸੇ ਹੋਰ ਧਿਰ ਨੇ ਆਪਣੀ ਪਾਰਟੀ ਬੁਲਾਈ। ਐਡੇ ਵੱਡੇ ਮਾਮਲੇ ਨੇ, ਇੰਟਰਨੈਸ਼ਨਲ ਗਵਰਨਮੈਂਟਾਂ ਹਿੱਲ ਰਹੀਆਂ ਨੇ ਤੇ ਅਸੀਂ ਬੇਪਰਵਾਹ ਹਾਂ ਸਾਰੇ ਮਾਮਲੇ 'ਚ। ਤਾਂ ਮੈਨੂੰ ਲੱਗਦਾ ਇਮੀਡੀਏਟ ਵੋਟ ਦੀ ਗੱਲ ਕਰਨ ਨਾਲੋਂ ਸਾਡੇ ਲਈ ਐਗਜ਼ਿਸਟੈਂਸ ਦਾ ਮੁੱਦਾ ਵੱਡਾ ਮੁੱਦਾ ਹੈ, ਕਿਸੇ ਦੇ ਵੀ ਫਾਇਦੇ ਨੁਕਸਾਨ ਤੋਂ ਵੱਡਾ। ਔਰ ਹੋ ਸਕਦਾ ਤੇ ਚੋਣਾਂ ਹੀ ਨਾ ਹੋਣ, ਫਿਰ ਉਹੀ ਗਵਰਨਰ ਰੂਲ ਤੇ ਬਾਕੀ ਦਾ ਮਾਹੌਲ ਇਹੀ ਕਹਿ ਦੇਣਾ ਨਾ ਕਿ ਇੱਥੇ ਦਾ ਮਾਹੌਲ ਵਿਗੜ ਗਿਆ ਜੀ, ਖਾਲਿਸਤਾਨੀ ਆ ਗਏ, ਬਾਕੀ ਦਾ ਮਾਹੌਲ ਹੋ ਗਿਆ, ਉੱਥੋਂ ਆ ਗਿਆ ਉੱਥੋਂ ਆ ਗਿਆ। ਇਹ ਪਹਿਲਾਂ ਪੰਜਾਬ ਨੇ ਬਥੇਰਾ ਭੁਗਤਿਆ, ਚੋਣਾਂ ਅੱਗੇ ਜਾ ਸਕਦੀਆਂ ਨੇ। ਇਦੋਂ ਕਿਹੜਾ ਪਹਿਲੀ ਵਾਰ ਆਇਆ ਪੰਜਾਬ ਦੀਆਂ ਚੋਣਾਂ ਅੱਗੇ ਨਹੀਂ ਗਈਆਂ, ਅੱਗੇ ਪੈ ਜਾਣਗੀਆਂ ਉਦੋਂ ਬਾਅਦ।
ਇਸ ਲਈ ਉਹ ਸਾਈਡ ਵੀ ਦੇਖਣ ਦਾ ਕੁਐਸਚਨ ਹੈ ਮੈਨੂੰ ਲੱਗਦਾ। ਤੁਸੀਂ ਠੀਕ ਕਿਹਾ, ਸਮਰਪਿਤ ਹਸਤੀਆਂ ਦੀ ਅਣਹੋਂਦ ਉਹ ਇੱਕ ਖੜਾਤਾ ਪੈਦਾ ਕਰਦੀ ਆ ਔਰ ਖੜਦੀ ਵੀ ਹੈ। ਸਰਦਾਰ ਜਗਤਾਰ ਸਿੰਘ ਜੀ, ਆਪਾਂ ਇਨਸਾਫ ਦੇ ਤਕਾਜ਼ਿਆਂ ਤੋਂ ਲਗਾਤਾਰ ਬਹੁਤ ਪਿੱਛੇ ਰਹੇ ਹਾਂ। ਹੁਣ ਜਿਹੜਾ ਅੱਜ ਘਟਨਾਕ੍ਰਮ ਵਾਪਰਦਾ ਦਿੱਲੀ ਦੇ ਵਿੱਚ, ਸੱਜਣ ਕੁਮਾਰ ਇੱਕ ਮਾਮਲੇ 'ਚ ਬਰੀ ਹੋ ਜਾਂਦੇ। ਹੁਣ ਇੱਥੇ ਫੇਲੀਅਰ ਕਿਹਨਾਂ ਦਾ ਮੰਨੀਏ? ਉਹ ਸਿੱਖ ਲੀਡਰਸ਼ਿਪ ਜਿਹੜੀ ਇਹਨਾਂ ਮਾਮਲਿਆਂ ਨੂੰ ਦੇਖ ਰਹੀ ਆ। ਹੁਣ ਸਵਾਲ ਇਹ ਕਿ ਇਹ ਕੇਸ ਤਾਂ ਸਟੇਟ ਲੜਦੀ ਹੈ, CBI ਲੜ ਰਹੀ ਹੋਊਗੀ, ਲੋਕਲ ਪੁਲਿਸ ਇਹਦੇ ਵਿੱਚ ਸ਼ਾਮਲ ਹੋਊਗੀ ਤੱਥ ਦੇਣ ਦੇ ਮਾਮਲੇ ਜਾਂ ਬਾਕੀ ਚੀਜ਼ਾਂ। ਅਦਾਲਤ ਦੇ ਵਿੱਚ ਇੰਨੇ ਸਾਲਾਂ ਬਾਅਦ ਜੇ ਇਹੀ ਕੁਝ ਹੋਣਾ ਹੈ ਤਾਂ ਫਿਰ ਲੋਕਾਂ ਦਾ ਯਕੀਨ ਕਿਵੇਂ ਵੱਜੂਗਾ? ਹੁਣ ਇਹ ਮਾਮਲਾ ਕਿੰਨੇ ਸਾਲ ਹੋ ਗਏ, 84 ਤੋਂ ਇੱਥੇ ਤੱਕ ਆਉਂਦਿਆਂ ਸਾਲ ਗਿਣਦਿਆਂ ਮੈਨੂੰ ਲੱਗਦਾ 2 ਪੀੜ੍ਹੀਆਂ ਤੋਂ ਵੱਧ ਤਾਂ ਸਮਾਂ ਬੀਤ ਗਿਆ। 15 ਸਾਲਾਂ ਬਾਅਦ ਨਿਆਣਾ ਜਵਾਨ ਹੋ ਜਾਂਦਾ, ਅਗਲੀ ਪੀੜ੍ਹੀ ਆ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇਹ ਵੀ ਜ਼ਖਮ ਰਿਸ਼ਤੇ ਨੇ, ਨਸੂਰ ਬਣੇ ਹੋਏ ਨੇ। ਸਿੱਖਾਂ ਦੀ ਜਿਹੜੀ ਬੇਭਰੋਸਗੀ ਹੈ ਉਹਦੇ ਤੇ ਇੱਕ ਮੋਹਰ ਹੋਰ ਲੱਗ ਗਈ। ਇਹ ਲਗਾਤਾਰ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਇਸ ਸਿਸਟਮ ਦੇ ਵਿੱਚ ਕਦੇ ਵੀ ਇਨਸਾਫ ਨਹੀਂ ਮਿਲਿਆ, ਔਰ ਇਹ ਸੱਚਾਈ ਹੈ। ਗੱਲ ਮੈਂ ਜ਼ਿਆਦਾ ਪਿੱਛੇ ਨਹੀਂ ਜਾਂਦਾ। ਸਰਕਾਰੀ ਚੀਫ ਗੁਰਬਚਨ ਸਿੰਘ ਜਦੋਂ ਅਕਵਿਟ ਹੋਇਆ ਉਦੋਂ ਵੀ 4 ਜਨਵਰੀ 1980, ਉਸ ਤੋਂ ਬਾਅਦ ਵੀ ਇਹ ਭਾਵਨਾ ਉੱਠੀ ਸੀਗੀ। ਤੇ ਜੋ ਸਰਕਾਰ ਨੇ ਅਲਟੀਮੇਟਲੀ ਉਹਦੇ ਖਿਲਾਫ ਹਾਈ ਕੋਰਟ 'ਚ ਵੀ ਅਪੀਲ ਨਹੀਂ ਕੀਤੀ ਤੇ ਸਿੱਖਾਂ ਦੀ ਭਾਵਨਾ ਆ ਗਈ ਸੀ ਕਿ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਉਹ ਇੱਕ ਨੈਰੇਟਿਵ ਹੈ। ਅਕਾਲੀ ਲੀਡਰ ਵੀ ਇਹੀ ਗੱਲ ਕਰਦੇ ਰਹੇ ਇੱਕ ਸਟੇਜ ਤੱਕ ਕਿ ਸਿੱਖਾਂ ਨੂੰ ਇਸ ਸਿਸਟਮ ਦੇ ਵਿੱਚ ਇਨਸਾਫ ਨਹੀਂ ਮਿਲਦਾ। ਜੋ ਕੁਝ ਅੱਜ ਹੋਇਆ, ਮੈਂ ਤਾਂ ਪਿੱਛੇ ਗਿਆ ਕਿ ਸਿੱਖਾਂ ਦੇ ਵਿੱਚ ਇਹ ਭਾਵਨਾ ਬਹੁਤ ਪੁਰਾਣੀ ਬੈਠੀ ਹੋਈ ਹੈ। ਸਿਰ ਅੱਜ ਜੇ ਸੱਜਣ ਕੁਮਾਰ ਨੂੰ ਕੋਰਟ ਨੇ 1984 ਦੇ ਦੰਗਿਆਂ 'ਚੋਂ ਐਕਵਿਟ ਕੀਤਾ ਹੈ ਤੇ ਮੇਰੇ ਵਾਸਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹਦੇ 'ਚ ਮੈਂ ਕਿਸੇ ਨੂੰ ਕਸੂਰ ਨਹੀਂ ਕੱਢਦਾ, ਲੇਕਿਨ ਇਹ ਇੱਕ ਮੋਹਰ ਹੈ, ਉਹ ਜਿਹੜੀ ਬੇਭਰੋਸਗੀ ਸਿੱਖਾਂ ਦੇ ਵਿੱਚ ਹੈਗੀ ਹੈ, ਉਹਦੇ 'ਤੇ ਇੱਕ ਹੋਰ ਮੋਹਰ ਹੈ। ਸਰਦਾਰ ਹਮੀਰ ਸਿੰਘ ਜੀ, ਉੱਥੇ ਦਿੱਲੀ 'ਚ ਬੈਠੀਆਂ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ। ਜਿਹੜਾ ਵੀ ਪਾਵਰ 'ਚ ਹੁੰਦਾ ਉਹਦੇ ਉੱਤੇ ਵਿਰੋਧੀ ਬੈਠੇ, ਜਿਹੜੇ ਵਿਰੋਧ 'ਚ ਬੈਠੇ ਹੁੰਦੇ, ਉਹ ਇਲਜ਼ਾਮ ਲਾ ਦਿੰਦੇ ਆ ਵੀ ਇਹ ਠੀਕ ਪੈਰਵਾਈ ਨਹੀਂ ਕਰ ਰਹੇ। ਬੜੇ ਸਾਲਾਂ ਤੋਂ ਇੰਝ ਹੀ ਚੱਲੀ ਆਉਂਦਾ। ਉੱਥੇ ਵੱਡੇ ਵਕੀਲ ਵੀ ਸਿੱਖਾਂ ਦੇ ਨਾਂ ਤੇ ਬੈਠੇ ਨੇ, ਔਰ ਉਹ ਵੀ ਜ਼ਿਕਰ ਅਕਸਰ ਆਉਂਦਾ ਰਹਿੰਦਾ ਹੈ ਕਿ ਜੇ ਤੁਸੀਂ ਲੜ ਹੀ ਰਹੇ ਹੋ ਤਾਂ ਫਿਰ ਨਤੀਜੇ ਸਾਰਥਕ ਕਿਉਂ ਨਹੀਂ ਆਉਂਦੇ। ਅਸੀਂ ਕਿਸੇ ਕੋਰਟ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰ ਰਹੇ ਔਰ ਅਸੀਂ ਕੋਈ ਉਹਦੀ ਆਲੋਚਨਾ ਨਹੀਂ ਕਰ ਰਹੇ। ਮਾਮਲਾ ਸਿਰਫ ਇਸ ਗੱਲ ਦਾ ਹੈ ਕਿ ਉਹਦੀ ਪੈਰਵਾਈ ਕਿਵੇਂ ਹੋਈ, ਕੋਰਟ ਦੇ ਵਿੱਚ ਉਹਨੂੰ ਪਰਸਿਊ ਕਿਵੇਂ ਕੀਤਾ ਗਿਆ, ਟਰਾਇਲ ਦੌਰਾਨ CBI ਵੱਲੋਂ ਜਾਂ ਸੰਬੰਧਿਤ ਧਿਰਾਂ ਵੱਲੋਂ ਇਹਦੇ ਤੇ ਕਿੰਨੀ ਕੁ ਸ਼ਿੱਦਤ ਨਾਲ ਲੜਿਆ ਗਿਆ। ਇਹ ਸਵਾਲ ਸਭ ਤੋਂ ਵੱਡਾ ਹੈ। ਸਰਦਾਰ ਹਮੀਰ ਸਿੰਘ ਜੀ, ਇਹਦੇ 'ਚ ਕੁਝ ਹੋਰ ਤੁਹਾਨੂੰ ਲੱਗਦਾ ਹੈ ਕਿ ਫੇਲੀਅਰ ਜਾਂ ਇਹਦੇ 'ਚ ਕਮੀ ਕੋਈ ਰਹਿ ਗਈ ਹੈ, ਜੇ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਸੀ? ਨਹੀਂ, ਸਭ ਤੋਂ ਬੜਾ ਕੁਐਸਚਨ ਤਾਂ ਇਹ ਹੈ ਕਿ ਜਦੋਂ ਇੱਕ ਗੱਲ ਕਲੀਅਰ ਹੋ ਗਈ ਹੈ ਉਦੋਂ ਬਾਅਦ ਕਿ ਸਟੇਟ ਨਾਲ ਹੈ ਇਨਫੋਰਸਮੈਂਟ ਏਜੰਸੀ ਦੇ, ਜੇ ਇੰਨੇ ਦਿਨ ਜਿਹੜਾ ਮੌਤ ਦਾ ਨੰਗਾ ਨਾਚ ਹੁੰਦਾ ਰਿਹਾ ਉਹ ਸਟੇਟ ਦੇ, ਉਹਦੇ ਨਾਲ ਵੱਡੇ ਬੰਦੇ ਜਨਰਲ ਜਗਜੀਤ ਸਿੰਘ ਅਰੋੜਾ, ਖੁਸ਼ਵੰਤ ਸਿੰਘ ਵਰਗੇ ਬੰਦੇ ਜਿਨ੍ਹਾਂ ਨੂੰ ਕਦੇ ਇੰਡੀਆ ਮਾਨ ਨਾਲ ਇਹ ਕਹਿੰਦਾ ਸੀ ਵੀ ਕਮਾਲ ਕਰਤੀ ਹੈ, ਜੇ ਉਹਨਾਂ ਨੂੰ ਜਾਨਾਂ ਬਚਾਉਣੀਆਂ ਪਈਆਂ ਤੇ ਜੇ ਉਹ ਜਾ ਕੇ ਸਾਰੇ ਲਾਚਾਰ ਲੋਕ ਦੇਖਦੇ ਨੇ ਬਾਕੀਆਂ ਨੂੰ, ਔਰ ਜੇ ਖੁਸ਼ਵੰਤ ਸਿੰਘ ਫੋਨ ਕਰਦੇ ਨੇ ਉਸ ਸਮੇਂ ਦੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਤੇ ਉਹ ਕਹਿੰਦੇ ਨੇ ਕਿਸੇ ਹਿੰਦੂ ਦੇ ਘਰ ਸ਼ਰਨ ਲੈ ਲਓ, ਇਹ ਕੀ ਗੱਲਾਂ ਕੀ ਦੱਸਦੀਆਂ ਨੇ ਸਾਰੀਆਂ। ਤੇ ਜਦੋਂ ਟੋਟਲ ਪੁਲਿਸ, ਟੋਟਲ ਲਾ ਇਨਫੋਰਸਮੈਂਟ ਏਜੰਸੀ, ਕੇਸ ਕਿਹਨੇ ਕਰਨਾ ਕਿਸੇ ਦੇ ਸਾਹਮਣੇ? ਪੁਲਿਸ ਥਾਣੇਦਾਰ ਨੇ, IO ਨੇ, ਇਨਵੈਸਟੀਗੇਸ਼ਨ ਏਜੰਸੀ ਨੇ, ਉਹਨੇ ਜਾ ਕੇ ਤੱਥ ਲਿਆਉਣੇ ਨੇ, ਤੱਥ ਲਿਆ ਕੇ ਪੇਸ਼ ਕਰਨੇ ਨੇ। ਪਹਿਲਾਂ ਤਾਂ ਇੰਨਾ ਲੰਮਾ ਸਮਾਂ ਕੋਈ FIR ਦਰਜ ਨਹੀਂ ਕਰਨੀਆਂ, ਸਬੂਤ ਮਿਟਾ ਦੇਣੇ ਨੇ, ਸਬੂਤ ਰੱਖਣਾ ਹੀ ਕੋਈ ਨਹੀਂ, ਇੰਨਾ ਲੰਮਾ ਸਮਾਂ ਜਸਟਿਸ ਡਿਲੇ ਕਰ ਦੇਣਾ ਕਿ ਬੰਦੇ ਹੀ ਮਰ ਜਾਣ ਗਵਾਹ ਜਦ ਤੱਕ ਬੰਦੇ ਹੀ ਕੋਈ ਨਾ ਹੋਵੇ। ਤਾਂ ਇਹ 'ਚੋਂ ਜਸਟਿਸ ਲੱਭਣਾ, ਮੇਰੇ ਖਿਆਲ ਜਸਟਿਸ ਹੁੰਦਾ ਹੈ ਤੁਹਾਡੀ ਪੋਲੀਟੀਕਲ ਬਿੱਲ ਪਾਵਰ ਤੇ। ਪੋਲੀਟੀਕਲ ਬਿੱਲ ਪਾਵਰ ਹੁੰਦੀ ਤਾਂ ਪਾਰਲੀਮੈਂਟ ਇੱਕ ਰੈਜੂਲੇਸ਼ਨ ਕਰਦੀ ਘੱਟੋ ਘੱਟ ਯੂਨੈਨਿਮਸਲੀ। ਜਦੋਂ ਇਹ ਹੋ ਗਿਆ ਸੀ ਕਿ ਕਿਵੇਂ ਵੀ ਹੋਇਆ, ਇਹ ਬਹੁਤ ਬੜਾ ਧੱਬਾ ਹੈ ਸਾਡੇ ਡੈਮੋਕ੍ਰੇਟ ਤੇ ਸੈਕੂਲਰ ਇੰਡੀਆ ਦੀ ਪਛਾਣ ਦੇ ਉੱਤੇ, ਅਸੀਂ ਮਹਿਸੂਸ ਕਰਦੇ ਹਾਂ। ਤੇ ਹੁਣ ਤੋਂ ਆਹ ਕਮਿਸ਼ਨ ਇਹ ਗੱਲ ਕਰੂਗਾ, ਕੋਈ ਤੇ ਪੋਲੀਟੀਕਲੀ ਮੈਸੇਜ ਤਾਂ ਦਿੰਦੀ ਨਾ। ਕਾਂਗਰਸ ਰਹੀ 80 ਤੋਂ ਲੈ ਕੇ ਤਾਂ ਚਲੋ 84 ਤੋਂ ਲੈ ਕੇ ਤਾਂ ਕਾਂਗਰਸ ਉੱਥੇ ਸੀਗੀ, ਤੇ ਉਦੋਂ ਬਾਅਦ 96 ਦੇ ਵਿੱਚ ਤਾਂ ਆ ਕੇ ਸਾਲ 2 ਸਾਲ ਯੂਨਾਈਟਿਡ ਫਰੰਟ ਵੀ ਰਿਹਾ, ਫਿਰ 98 99 ਉਦੋਂ ਬਾਅਦ BJP ਰਹੀ ਲਗਾਤਾਰ 7 ਸਾਲ ਵਾਜਪਾਈ। ਤੇ ਕਿੱਥੇ ਕੀ ਹੋਇਆ ਉਹ ਸਾਰੇ ਮਾਮਲੇ? ਕਾਂਗਰਸ ਦੇ ਅਕਾਲੀ ਦਲ ਉਹਦਾ ਪਾਰਟ ਸੀ ਸਰਕਾਰ ਦਾ ਕੇਂਦਰ ਦੇ ਵਿੱਚ ਇਹਦੇ ਸਾਰਾ। ਬਿਲਕੁਲ, ਇਹ ਜਿਹੜਾ ਸਾਰਾ ਸਵਾਲ ਹੈ ਨਾ, ਪਹਿਲਾਂ ਸਾਡੀ ਪੋਲੀਟੀਕਲ ਬਿੱਲ ਹੀ ਨਹੀਂ ਸੀ ਉਸ ਪਾਸੇ ਵੱਲ। ਇਹ ਤਾਂ ਹੁਣ ਟੈਕਨੀਕਲ ਮਾਮਲੇ ਨੇ, ਕੋਈ ਕੋਰਟ 'ਚ ਇੱਕ ਤਾਂ ਚਲਾ ਜਾਂਦਾ, ਇੱਕ ਤਾਂ ਛੁੱਟ ਜਾਂਦਾ, ਬਾਕੀ ਦੀਆਂ ਚੀਜ਼ਾਂ ਜਦੋਂ ਬੁਨਿਆਦ ਖਤਮ ਕਰਤੀ ਅਸੀਂ।
ਔਰ ਨਾਰਮਲੀ ਕੋਰਟਾਂ ਇਹ ਕਹਿੰਦੀਆਂ ਹੁੰਦੀਆਂ ਨੇ ਨਾ ਕਿ ਫਲਾਣੇ ਗਵਾਹ ਨੂੰ ਦੇਖੋ, ਗਵਾਹੀ ਤਾਂ ਨਹੀਂ ਕਿਤੇ ਬਾਹਰ ਰਹਿ ਕੇ ਜ਼ਮਾਨਤ ਤੇ ਛੱਡ ਕੇ ਗਵਾਹ ਤਾਂ ਨਹੀਂ ਮੁਕਰਾ ਦੂਗਾ, ਗਵਾਹ ਤੇ ਦਬਾਅ ਤਾਂ ਨਹੀਂ ਪਾਊਗਾ। ਇਹ ਸਾਰੇ ਪ੍ਰਿੰਸੀਪਲ ਕਿੱਥੇ ਲਾਗੂ ਹੋਏ ਨੇ? ਬੰਦੇ ਉਵੇਂ ਰਹਿੰਦੇ ਰਹੇ, ਮੈਂਬਰ ਪਾਰਲੀਮੈਂਟ ਬਣਦੇ ਰਹੇ, ਮੰਤਰੀ ਬਣਦੇ ਰਹੇ, ਸਭ ਚੀਜ਼ਾਂ ਉਸੇ ਢੰਗ ਨਾਲ ਚੱਲਦੀਆਂ ਰਹੀਆਂ ਨੇ। ਤੇ ਇਸ ਲਈ ਮੈਨੂੰ ਲੱਗਦਾ ਕਿ ਇਹ ਇੰਨੇ ਕੀ ਗੱਲ ਆਪਸ ਚ ਲੜਾਈ ਝਗੜਾ ਜਿੰਨਾ ਕੁ ਮਰਜ਼ੀ ਹੋ ਜੇ ਕਰੀ ਜਾਣ, ਫਾਇਦਾ ਹੀ ਕੋਈ ਨਹੀਂ ਜਦੋਂ ਬੁਨਿਆਦ ਗਲਤ ਹੈ। ਬੁਨਿਆਦ ਦੇ ਵਿੱਚ ਪਈ ਹੈ। ਇਨਵੈਸਟੀਗੇਸ਼ਨ ਏਜੰਸੀਆਂ ਇੰਡੀਪੈਂਡੈਂਟ ਨਹੀਂ ਹੈ। ਅੱਜ ਵੀ ਜੇ ਦੋਸ਼ ਲਾ ਰਹੇ ਨੇ ਸਾਡੇ ਸਾਰੇ ਬੰਦੇ ਕਿ ਈਡੀ, ਸੀਬੀਆਈ, ਵਿਜੀਲੈਂਸ ਸਰਕਾਰਾਂ ਦੀਆਂ ਕਠਪੁਤਲੀਆਂ ਨੇ, ਤਾਂ ਇੰਡੀਪੈਂਡੈਂਟ ਜਾਂਚ ਦੀ ਜੇ ਭਰੋਸੇ ਹੀ ਨਹੀਂ ਸਾਡੇ ਕੋਲੇ, ਭਰੋਸਾ ਬਿਲਡ ਹੀ ਨਹੀਂ ਹੋਇਆ ਜਾਂਚ ਏਜੰਸੀਆਂ ਦਾ, ਤਾਂ ਫਿਰ ਇਨਸਾਫ ਕਿੱਥੋਂ ਆਏਗਾ? ਅੱਜ ਵੀ ਜਿਹੜੇ ਕੇਸ ਹੋ ਜਾਂਦੇ ਨੇ ਉਹ ਮਾਸ ਕਿਲਿੰਗ ਹੈ, ਉਹ ਤਾਂ ਬਹੁਤ ਵੱਡੇ ਪੱਧਰ ਤੇ, ਉਹ ਤਾਂ ਸਟੇਟ ਦੀ ਕਨਾਈਮੈਂਸ ਤੋਂ ਬਿਨਾਂ ਸੰਭਵ ਹੈ ਨਹੀਂ। ਔਰ ਜੇ ਸਟੇਟ ਦੀ ਕਨਾਈਮੈਂਸ ਹੋਵੇ, ਸਾਡੇ ਪੰਜਾਬ ਦੇ ਸਾਰੇ ਪੁਲਿਸ ਅਫਸਰਾਂ ਨੂੰ ਸੀਗੀ ਉਹ ਜਿਨ੍ਹਾਂ ਨੇ ਇੰਨੇ ਜਾ ਕੇ ਮੁੰਡੇ ਮਾਰੇ, ਜਿਨ੍ਹਾਂ ਦਾ ਪਤਾ ਵੀ ਲੱਗਿਆ, ਸਭ ਦੇ ਸਾਹਮਣੇ ਵੀ ਆਏ ਨੇ। ਕਿਸੇ ਨੂੰ ਸਜ਼ਾ ਹੋਊਗੀ ਦਿਖਾ ਦਿਓ ਵੱਡੇ ਬੰਦਿਆਂ ਨੂੰ, ਠੀਕ ਆ। ਮਾੜਾ ਮੋਟਾ ਉਦੋਂ ਦਾ ASI ਫਸ ਜਾਊਗਾ ਜਿਹੜਾ ਬਾਅਦ ਚ SHO ਬਣ ਕੇ ਰਿਟਾਇਰ ਹੋ ਗਿਆ, ਕਦੇ ਇੱਕ ਅੱਧੇ ਕੇਸ ਚੋਂ ਵੀ 30-40 ਸਾਲ ਬਾਅਦ ਆ ਇੱਕਾ ਦੁੱਕਾ ਕੇਸ ਅੱਜ ਕੱਲ ਹੋ ਰਹੇ ਨੇ ਹਾਈ ਕੋਰਟ ਦੇ ਵਿੱਚ, ਪਰ ਔਨ ਦੀ ਹੋਲ ਕੁਝ ਨਹੀਂ ਹੋਏਗਾ। ਉਹੀ ਮਾਮਲਾ ਸਾਨੂੰ ਇਹਦੇ ਤੇ ਮੈਨੂੰ ਲੱਗਦਾ ਕਥਾਰਸਿਸ ਕਰ ਲੈਣਾ ਚਾਹੀਦਾ। ਇਧਰੋਂ ਵਿਸ਼ਵਾਸ ਇਸ ਤਰੀਕੇ ਦੇ ਨਾਲ ਨਹੀਂ ਮਿਲਣਾ, ਨਾ ਕੋਈ ਉਹ ਹੈ ਉਹਦੇ ਚ ਗੁੰਜਾਇਸ਼ ਹੋਣ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।